कल के नहीं कर्म विचार। दीन दयाल दया निध दोखन देखत है। ता वाहिगुरू जी की फतेह। सतगुरु गरीब नवाज पातशाह श्री गुरु ग्रंथ साहिब जी की पावन पवित्र हजूरी विच शाम के दीवान विच हाज़री भर के अकाल पुरख वाहिगुरू वालों मिले मनुखी जामे नूं आप जी सफल कर रहे हो। चलदे प्रकरण विच जो विशा चलता है मुकत भुगत जुगत तेरी सेवा। भुगती की है, मुक्ति की है और जुगती की है। इन्हां तीन विचारां नाल संबंधित आपां ये विचार साझे कर रहे हाँ। सतगुरु ने इन्हां तिन्हां दी व्याख्या बाणी विच कीती है। चार पदार्थां दी गल कीती है। भुगत का मतलब है माया, संसार दे पदार्थ। इस संसार दे पदार्थां दी वरतों करन वास्ते एक चीज़ की लोड़ पैंदी जिन्हों जुगत कहिंदे ने। जुगती की है दे संबंध विच और मुक्ति किस नूं कहिंदे अज आपां समां लाउणा है। सतगुरु ने जुगती के बारे कई गल्लां कीतियां बाणी विच। जुगत के अर्थ होंदे ने जिहड़ा काम बड़ा औखा है, जो मनुख नहीं कर सकता, जे उहदा तरीका लभ जाए, जो उहदा सिस्टम हथ विच आ जाए, जे सूत्र लभ जाए तो उस सूत्र द्वारा, उस तरीके द्वारा, उस सिस्टम द्वारा उस औखे काम नूं जिहड़ा कदी नहीं सी हो सकदा, जिहदे होण दी कोई संभावना नहीं सी, उहनूं ठीक तरह बिल्कुल सरल तरीके नाल कर लिया जाए, उहनूं कहंदे ने जुगती तरीका है। जिवें आपां उदाहरण के तौर ते गुरु ग्रंथ साहिब सच्चे पातशाह जी की बाणी विच ये उदाहरणां दित्तियां गईयां ने। हजूर गुरु अर्जन देव जी कहिंदे ने गल तां करनी है कि ये मन जिहड़ा है, जिहड़ा माया दे विच फस गया, इहदे विचों पार जाके ते रब दे चरनां नाल इहदी सांझ किवें बने। सिद्धा नहीं बनेगी सांझ इहदी। जे अपने आप कहे कि मैं सिद्धा ਉਹਦੇ ਚਰਨਾਂ ਨਾਲ ਸਾਂਝ ਪਾਉਣੀ नहीं पै सकती। ਉਹਦੇ ਵਿੱਚ ਇੱਕ ਜੁਗਤ ਚਾਹੀਦੀ, ਇੱਕ ਤਰੀਕਾ ਚਾਹੀਦਾ, ਇੱਕ ਸਿਸਟਮ ਚਾਹੀਦਾ। ਉਹਦੇ ਤੋਂ ਬਿਨਾਂ ਨਹੀਂ। ਬਿਨਾਂ ਤਰੀਕੇ ਤੋਂ ਇੰਜ ਹੈ ਰੱਬ ਦੀ ਗੱਲ ਸੋਚਣੀ ਜਾਂ ਜੀਵਨ ਦੀ ਗੱਲ ਸੋਚਣੀ ਇਸ ਤਰ੍ਹਾਂ ਜਿਵੇਂ ਕੋਈ ਬੰਦਾ ਡਿੱਗਾ ਹੋਵੇ, ਬਲਦੀ ਹੋਈ ਅੱਗ ਦੇ ਵਿੱਚ ਡਿੱਗ ਪਿਆ ਤੇ ਬਲਦੀ ਹੋਈ ਅੱਗ ਵਿੱਚੋਂ ਨਿਕਲਣ ਵਾਸਤੇ ਉਹ ਅੱਗ ਦੇ ਧੂੰਏਂ ਨੂੰ ਫੜ ਕੇ ਉਤਾਂ ਨਿਕਲਣਾ ਚਾਹੇ। ਜੁਗਤੀ ਤੋਂ ਬਿਨਾਂ ਇਸ ਤਰ੍ਹਾਂ ਹੈ। ਤਿੰਨ ਚੀਜ਼ਾਂ ਮੈਂ ਗਿਣੀਆਂ ਸਨ, ਭੁਗਤ, ਮੁਗਤ ਤੇ ਜੁਗਤ। ਜੇ ਕੋਈ ਬੰਦਾ ਗੁਰੂ ਤੋਂ ਬਿਨਾਂ, ਸਾਧ ਸੰਗਤ ਤੋਂ ਬਿਨਾਂ, ਗੁਰੂ ਕੇ ਸ਼ਬਦ ਦੇ ਸਹਾਰੇ ਤੋਂ ਬਿਨਾਂ ਇਹ ਚਾਹੇ ਮੈਂ ਆਪਣੇ ਜੀਵਨ ਨੂੰ ਸੁਖੀ ਕਰ ਲਾਂਗਾ, ਉਹ ਉਹਦੀ ਇਸ ਤਰ੍ਹਾਂ ਦੀ ਮੂਰਖਤਾ ਹੈ ਜਿਵੇਂ ਅੱਗ ਵਿੱਚ ਡਿੱਗਾ ਹੋਇਆ ਬੰਦਾ ਧੂੰਏਂ ਨੂੰ ਫੜ ਕੇ ਬਾਹਰ ਨਿਕਲਣਾ ਚਾਹੁੰਦਾ ਹੈ। ਧੂੰਆਂ ਉਹਨੂੰ ਬਾਹਰ ਨਹੀਂ ਕੱਢ ਸਕਦਾ। ਉਹਦੇ ਵਾਸਤੇ ਤੇ ਉਹਨੂੰ ਕੋਈ ਦੂਜਾ ਆਦਮੀ ਚਾਹੀਦਾ ਜਿਹੜਾ ਉਹਦੀ ਬਾਂਹ ਫੜ ਕੇ ਖਿੱਚੇ ਬਾਹਰ, ਜਾਂ ਕੋਲ ਕੋਈ ਇਸ ਤਰ੍ਹਾਂ ਦਾ ਸਹਾਰਾ ਉਹਨੂੰ ਮਿਲ ਜਾਏ ਜਿਹਨੂੰ ਫੜ ਕੇ ਅੱਗ ਤੋਂ ਬਾਹਰ ਛੁੱਟ ਜਾਏ। ਤਾਂ ਉਹਦੀ ਜੁਗਤ ਕੀ ਹੈ? ਉਹਦੀ ਜੁਗਤ ਇਹ ਹੈ ਕਿ ਦੂਜਾ ਆਦਮੀ ਉਹਨੂੰ ਖਿੱਚ ਕੇ ਬਾਹਰ ਕੱਢੇ, ਧੂੰਆਂ ਉਹਨੂੰ ਬਾਹਰ ਨਹੀਂ ਕੱਢ ਸਕਦਾ। ਇਸੇ ਤਰ੍ਹਾਂ ਕੋਈ ਬੰਦਾ ਪਾਣੀ ਵਿੱਚ ਡਿੱਗ ਪਿਆ, ਭਾਈ ਗੁਰਦਾਸ ਜੀ ਨੇ ਉਦਾਹਰਨਾਂ ਦਿੱਤੀਆਂ ਨੇ। ਪਾਣੀ ਵਿੱਚ ਡਿੱਗ ਪਿਆ ਤੇ ਪਾਣੀ ਵਿੱਚ ਡੁੱਬਦਾ ਹੈ, ਤੇ ਪਾਣੀ ਵਿੱਚ ਡੁੱਬਣ ਤੋਂ ਬਚਣ ਵਾਸਤੇ ਭਾਈ ਸਾਹਿਬ ਕਹਿੰਦੇ
ਉਹ ਕਿਹੜੀ ਚੀਜ਼ ਦਾ ਸਹਾਰਾ ਲੈ ਰਿਹਾ? ਉਹ ਪਾਣੀ ਦੇ ਉੱਤੇ ਜਿਹੜੇ ਬੁਲਬੁਲੇ ਨੇ, ਜਿਹੜੀ ਝੱਗ ਹੈ, ਉਹਨੂੰ ਫੜਦਾ ਵੀ ਇਹਦੇ ਸਹਾਰੇ ਮੈਂ ਬਾਹਰ ਨਿਕਲ ਜਾਵਾਂਗਾ। ਨਹੀਂ, ਉਹ ਉਹਨੂੰ ਬਾਹਰ ਨਹੀਂ ਕੱਢ ਸਕਦੇ, ਉਹ ਵੀ ਉਹਨੂੰ ਬਚਾ ਨਹੀਂ ਸਕਦੇ, ਕਦੀ ਨਹੀਂ ਹੋ ਸਕਦਾ। ਕਹਿੰਦੇ ਕੋਈ ਬੰਦਾ ਆਕਾਸ਼ ਵਿੱਚੋਂ ਡਿੱਗ ਪਿਆ ਤੇ ਡਿੱਗਦਾ ਹੋਇਆ ਹਵਾ ਨੂੰ ਹੱਥ ਪਾ ਕੇ ਚਾਹੁੰਦਾ ਵੀ ਹਵਾ ਨੂੰ ਹੱਥ ਪਾ ਕੇ ਡਿੱਗਣ ਤੋਂ ਬਚ ਜਾ, ਇਹ ਵੀ ਉਹਦੀ ਮੂਰਖਤਾ ਹੈ। ਉਹ ਜੁਗਤ ਦੀ ਠੀਕ ਵਰਤੋਂ ਨਹੀਂ ਕਰ ਰਿਹਾ। ਜਿਵੇਂ ਇੱਕ ਧਿਆਨ ਦਿਓ, ਇਹ ਉਦਾਹਰਨਾਂ ਨਾਲ ਸਮਝ ਆ ਜਾਏਗੀ। ਜਿਵੇਂ ਇੱਕ ਆਕਾਸ਼ ਵਿੱਚ ਡਿੱਗਦਾ ਆਦਮੀ ਹਵਾ ਦੇ ਸਹਾਰੇ ਨਹੀਂ ਬਚ ਸਕਦਾ, ਜਿਵੇਂ ਇੱਕ ਅੱਗ ਵਿੱਚ ਡਿੱਗਾ ਹੋਇਆ ਬੰਦਾ ਧੂਏ ਨੂੰ ਫੜ ਕੇ ਬਾਹਰ ਨਹੀਂ ਨਿਕਲ ਸਕਦਾ, ਜਿਵੇਂ ਗੁਰੂ ਕੇ ਸਵਾਰਿਓ ਪਾਣੀ ਵਿੱਚ ਡੁੱਬ ਰਿਹਾ ਆਦਮੀ ਝੱਗ ਨੂੰ ਫੜ ਕੇ ਬਾਹਰ ਨਹੀਂ ਨਿਕਲ ਸਕਦਾ, ਇਸੇ ਤਰ੍ਹਾਂ ਕੋਈ ਬੰਦਾ ਆਪਣੇ ਮਨ ਦੇ ਸਹਾਰੇ ਇਸ ਭਵਜਲ ਵਿੱਚੋਂ, ਮਾਇਆ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ। ਸਿੱਧਾ ਚਾਹੇ ਰੇ ਮਨ ਮਨ ਮਾਧੂ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰ ਭਜ ਪਾਈਐ। ਇਸ ਤਰ੍ਹਾਂ ਨਹੀਂ ਹੋ ਸਕਦਾ। ਤਾਂ ਇਹਨਾਂ ਮੂਰਖਤਾਵਾਂ ਤੋਂ ਬੰਦਾ ਬਚ ਸਕੇ ਤਾਂ ਗੁਰੂ ਸਾਹਿਬ ਨੇ ਸਰਲ ਬਿਲਕੁਲ ਸਿੱਧੇ ਰਾਹ ਦੱਸੇ। ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਕਿਸੇ ਪੁੱਛਿਆ ਸੀ ਕਿ ਤੁਸੀਂ ਇੱਥੇ ਕੀ ਕਰਨ ਆਏ? ਕਹਿੰਦੇ ਰੱਬ ਨੇ ਸਾਨੂੰ ਭੇਜਿਆ। ਕਾਹਦੇ ਵਾਸਤੇ? ਧਰਮ ਫੈਲਾਉਣ ਵਾਸਤੇ, ਧਰਮ ਚਲਾਉਣ ਵਾਸਤੇ। ਦੋ ਹੀ ਉਹਨਾਂ ਨੇ ਕਾਰਨ ਦੱਸੇ ਨੇ। ਜਦੋਂ ਕਹਿੰਦੇ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭੈ ਕੋ ਮੂਲ ਉਪਾਰਨ, ਯਾਹੀ ਕਾਜ ਧਰਾ ਹਮ ਜਨਮੰਗ। ਮੇਰਾ ਕੰਮ ਇਹ ਹੈ, ਇਹ ਧਰਮ ਦਾ ਕੰਮ ਹੈ ਹੀ। ਵੈਸੇ ਇਹ ਧਰਮ ਦੇ ਕੰਮ ਇਹ ਦੋ ਤਿੰਨ ਹੀ ਨੇ, ਚੌਥਾ ਹੈ ਨਹੀਂ ਕੋਈ। ਸੰਤ ਉਬਾਰਨ, ਜਿਹੜੀ ਸੰਤ ਪ੍ਰਣਾਲੀ ਹੈ, ਜਿਹੜੀ ਧਾਰਮਿਕ ਬਿਰਤੀ ਹੈ ਸੰਸਾਰ ਵਿੱਚ, ਉਹਨੂੰ ਸੁਰੱਖਿਅਤ ਕਰਨਾ ਧਰਮ ਦਾ ਇੱਕ ਬਹੁਤ ਵੱਡਾ ਅੰਗ ਹੈ। ਜਿਹੜੇ ਧਰਮ ਦੀਆਂ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਕਮਜ਼ੋਰ ਕਰਨਾ, ਇਹ ਧਰਮ ਦਾ ਅੰਗ ਹੈ। ਤੇ ਧਰਮ ਨੂੰ ਚਲਾਉਣਾ, ਕਿੱਥੇ ਚਲਾਉਣਾ? ਇਹ ਗੱਲ ਭੁੱਲ ਗਈ ਸਾਨੂੰ। ਧਰਮ ਚਲਾਉਣ ਵਾਲੀ ਥਾਂ ਭੁੱਲ ਗਈ ਸਾਨੂੰ। ਅਸੀਂ ਧਰਮ ਨੂੰ ਧਰਤੀ ਤੇ ਚਲਾ ਰਹੇ ਹਾਂ। ਧਰਮ ਨੂੰ ਧਰਤੀ ਤੇ, ਇਮਾਰਤਾਂ ਵਿੱਚ, ਆਸ਼ਰਮ ਨੇ ਜਿਹੜੇ, ਉਹਨਾਂ ਵਿੱਚ ਚੱਲ ਰਿਹਾ ਧਰਮ, ਕੋਈ ਸ਼ੱਕ ਨਹੀਂ। ਆਸ਼ਰਮ ਵਿੱਚ ਚੱਲ ਰਿਹਾ, ਮੰਦਰ ਵਿੱਚ ਧਰਮ ਚੱਲ ਰਿਹਾ, ਮਸਜਿਦ ਵਿੱਚ ਚੱਲ ਰਿਹਾ, ਗੁਰਦੁਆਰੇ ਵਿੱਚ ਚੱਲ ਰਿਹਾ, ਆਸ਼ਰਮ ਵਿੱਚ ਚੱਲ ਰਿਹਾ, ਮੱਠਾਂ ਵਿੱਚ ਚੱਲ ਰਿਹਾ, ਡੇਰਿਆਂ ਤੇ ਚੱਲ ਰਿਹਾ। ਪਰ ਇਹ ਚਲਾਉਣ ਵਾਲੀ ਥਾਂ, ਇਹ ਥਾਂ ਨਹੀਂ ਸਨ। ਧਰਮ ਚੱਲਦਾ ਬੰਦੇ ਦੇ ਹਿਰਦੇ ਵਿੱਚ, ਉੱਥੇ ਟਿਕਦਾ ਹੈ ਧਰਮ। ਜਿਹੜਾ ਨਾ ਚਲਾਉਣ ਵਾਲੀ ਥਾਂ ਕਿਹੜੀ? ਬੰਦੇ ਦਾ ਦਿਲ, ਆਦਮੀ ਦਾ ਮਨ। ਇਸ ਲਈ ਕਿਸੇ ਪੁੱਛਿਆ ਸੀ ਜਿਹੜਾ ਧਰਮ ਹੈ ਉਹ ਕਿੱਥੇ ਰਹਿੰਦਾ? ਕਿੱਥੇ ਰਹਿੰਦਾ? ਧਰਮ ਦੀ ਥਾਂ ਕਿਹੜੀ? ਕਹਿੰਦੇ ਧਰਮ ਦੀ ਥਾਂ ਤੇ ਧਰਮੀ ਬੰਦਿਆਂ ਦਾ ਜੀਵਨ ਹੁੰਦਾ, ਉੱਥੇ ਰਹਿੰਦਾ ਧਰਮ। ਧਰਮ ਦਾ ਨਿਵਾਸ ਧਾਰਮਿਕ ਬੰਦਿਆਂ ਦੇ ਸਰੀਰ ਵਿੱਚ ਚਾਹੀਦਾ, ਦਿਲ ਵਿੱਚ ਚਾਹੀਦਾ, ਅੰਤਿਸ਼ਕਰਨ ਵਿੱਚ ਹੋਣਾ ਚਾਹੀਦਾ। ਪਰ ਹੋਇਆ ਕੀ? ਉਹਨਾਂ ਨੇ ਕਿਹਾ ਇਹਨੇ ਜੋ ਥਾਂ ਨੇ ਧਰਮ ਦੇ, ਉੱਥੇ ਰਵੇ। ਸਾਡੇ ਜੀਵਨ ਵਿੱਚ ਧਰਮ ਥੋੜ੍ਹੀ ਚਾਹੀਦਾ। ਇਸ ਲਈ ਧਾਰਮਿਕ ਥਾਵਾਂ ਤੇ ਧਰਮ ਰਹਿ ਗਿਆ ਸਿਰਫ। ਬਾਬਾ ਕਬੀਰ ਜੀ ਨੇ ਇੱਕ ਗੱਲ ਬੜੇ ਪਿਆਰ ਨਾਲ ਲਿਖੀ ਏ। ਉਹ ਕਹਿੰਦੇ ਇੱਕ ਦਿਨ ਮੈਂ ਇੱਕ ਧਾਰਮਿਕ ਯਾਤਰਾ ਤੇ ਜਾ ਰਿਹਾ ਸੀ। ਕਾਬੇ ਦਾ ਨਾਮ ਉਹਨਾਂ ਲਿਆ ਹੈ। ਕਾਬੇ ਤੇ ਆਮ ਤੌਰ ਤੇ ਮੁਸਲਮਾਨ ਜਾਂਦੇ ਨੇ, ਹੱਜ ਕਰਨ ਜਾਂਦੇ ਹਨ, ਯਾਤਰਾ ਵਾਸਤੇ। ਬੜਾ ਵੱਡਾ ਕੰਮ ਸਮਝਿਆ ਜਾਂਦਾ, ਇੱਕ ਬੜਾ ਵੱਡਾ ਅੰਗ ਹੈ ਧਾਰਮਿਕ ਦੁਨੀਆ ਦਾ। ਕਬੀਰ ਜੀ ਕਹਿੰਦੇ ਮੈਂ ਵੇਖਿਆ ਇੰਨੇ ਲੋਕ ਜਾ ਰਹੇ ਨੇ ਤੇ ਮੈਂ ਨਾ ਗਿਆ ਤੇ ਕਿਤੇ ਪਾਪ ਹੋ ਜਾਏ, ਕਿਤੇ ਅੱਧ ਵਿੱਚ ਰਹਿ ਜਾ, ਗੱਲ ਠੀਕ ਨਹੀਂ। ਮੈਂ ਕਹਿੰਦੇ ਤੁਰਿਆ, ਅਜੇ ਅੱਧਾ ਮਿਲ ਤੁਰਿਆ ਹੋਵਾਂਗਾ, ਅੱਗੋਂ ਕਹਿੰਦੇ ਰੱਬ ਮਿਲ ਪਿਆ। ਬੜੀ ਅਜੀਬ ਉਹਨਾਂ ਨੇ ਸਵਾਦਲੀ ਗੱਲ, ਇੱਕ ਸੱਚ ਨੂੰ ਵਿਅੰਗ ਵਿੱਚ ਪਾ ਕੇ ਲਿਖਿਆ ਹੈ। ਵਿਅੰਗ ਦਾ ਅਰਥ ਉਸ ਢੰਗ ਦੇ ਨਾਲ ਲਿਖਿਆ ਵੀ ਸਮਝ ਆ ਜਾਏ। ਕਹਿੰਦੇ ਮੈਂ ਅੱਗੇ ਜਾ ਰਿਹਾ ਸੀ ਹੱਜ ਕਰਨ ਵਾਸਤੇ ਕਾਬੇ ਤੇ। ਕਾਬਾ ਕਹਿ ਲਓ, ਉੱਥੇ ਕਾਬੇ ਦਾ ਮਤਲਬ ਧਾਰਮਿਕ ਥਾਂ, ਕਿਸੇ ਵੀ ਧਰਮ ਦਾ ਹੋ ਸਕਦਾ। ਕਹਿੰਦੇ ਮੈਂ ਜਾ ਰਿਹਾ ਤੇ ਰਾਹ ਵਿੱਚ
ਖੁਦਾ ਅੱਗੋਂ ਮਿਲਿਆ। ਪਹਿਲਾਂ ਤੇ ਕਹਿੰਦੇ ਜਿੰਨੀ ਵਾਰੀ ਮਿਲਿਆ ਸੀ ਬੜੇ ਪਿਆਰ ਵਿੱਚ ਹੁੰਦਾ ਸੀ, ਉਹਦੀ ਦ੍ਰਿਸ਼ਟੀ ਬੜੀ ਦਇਆ ਭਰੀ, ਪਿਆਰ ਵਾਲੀ। ਕਹਿੰਦੇ ਪਰ ਅੱਜ ਨਹੀਂ ਸੀ ਦਇਆ ਵਾਲੀ ਦ੍ਰਿਸ਼ਟੀ, ਅੱਜ ਤੇ ਅੱਖਾਂ ਲਾਲ ਰੱਬ ਦੀਆਂ, ਕ੍ਰੋਧ ਵਿੱਚ, ਹੱਥ ਵਿੱਚ ਫੜੀ ਹੋਈ ਵੱਡੀ ਸਾਰੀ ਡਾਂਗ। ਉਹਦੇ ਐਕਸ਼ਨ ਦੱਸਦੇ ਸਨ ਵੀ ਅੱਜ ਸੁੱਕਾ ਨਹੀਂ ਜਾਣ ਦੇਗਾ, ਕੁੱਟਮਾਰ ਕਰੇਗਾ। ਕਹਿੰਦੇ ਚਲੋ ਉਹਨੇ ਡਾਂਗ ਤੇ ਨਹੀਂ ਚੁੱਕੀ, ਪਰ ਲੜਿਆ ਬਹੁਤ ਮੇਰੇ ਨਾਲ, ਗੁੱਸੇ ਬੜਾ ਹੋ ਗਿਆ, ਬਹੁਤ ਗੁੱਸੇ ਹੋਇਆ। ਮੈਂ ਪੁੱਛਿਆ ਜੀ ਕੀ ਗੱਲ, ਮੈਂ ਤੇ ਅੱਜ ਚੰਗਾ ਕੰਮ ਕਰਨ ਚੱਲਾ ਸੀ। ਕਹਿੰਦੇ ਕਬੀਰ ਮੈਂ ਤੇਰੇ ਨਾਲ ਤਾਂ ਲੜਿਆ, ਉੱਥੇ ਤੂੰ ਮੈਨੂੰ ਲੱਭਣ ਚੱਲਾ ਹੈ, ਧਰਮ ਲੱਭਣ ਚੱਲਾਂ ਉਸ ਥਾਂ ਤੇ। ਕਹਿੰਦੇ ਹਾਂ ਸਾਰੇ ਲੋਕ ਜਾਂਦੇ ਨੇ। ਤਾਂ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਮੈਂ ਤਾਂ ਲੋਕਾਂ ਦੇ ਦਿਲਾਂ ਵਿੱਚ ਰਹਿਣਾ ਚਾਹੁੰਦਾ, ਲੋਕਾਂ ਦੇ ਜੀਵਨ ਵਿੱਚ। ਉੱਥੇ ਮੈਨੂੰ ਰਹਿਣ ਨਹੀਂ ਦਿੰਦੇ ਤੇ ਕਾਬੇ ਵਿੱਚ ਰੱਖਦੇ ਨੇ। ਇਹ ਸ਼ਲੋਕ ਕਬੀਰ ਜੀ ਦੇ ਸ਼ਲੋਕਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਂਦਾ ਹੈ। ਕਬੀਰ ਸਾਹਿਬ ਕਹਿੰਦੇ ਕਬੀਰ ਹਜ ਕਾਬੇ ਹੋਂ ਜਾਏ ਥਾ। ਮੈਂ ਕਾਬੇ ਦੇ ਹਜ ਵਾਸਤੇ ਜਾ ਰਿਹਾ ਸੀ, ਜਾਂ ਇੱਥੇ ਆਪਾਂ ਕਹਿ ਸਕਦੇ ਹਾਂ ਵੀ ਹਰ ਇੱਕ ਬੰਦਾ ਜਿਹੜੇ ਆਪਣੇ ਧਾਰਮਿਕ ਥਾਂ ਦੀ ਯਾਤਰਾ ਤੇ ਜਾਂਦਾ ਹੈ। ਇੱਥੇ ਇੱਕ ਖਿਆਲ ਰੱਖਣਾ, ਜਿਹੜੀਆਂ ਚੀਜ਼ਾਂ ਨੂੰ ਗੁਰਬਾਣੀ ਵਿੱਚ ਰੋਕਿਆ ਗਿਆ ਨਾ ਨੈਗੇਟਿਵ, ਉਹਦੇ ਅਰਥ ਸਮਝ ਲੈਣਾ। ਉਹਦਾ ਮਤਲਬ ਕਬੀਰ ਜੀ ਕਿਸੇ ਨੂੰ ਬਹੁਤਾ ਆਪਣੇ ਧਾਰਮਿਕ ਕਰਮਾਂ ਤੋਂ ਰੋਕਦੇ ਨਹੀਂ, ਸਿਰਫ ਇੱਕ ਟੰਚ ਲਾਉਂਦੇ ਨੇ ਵੀ ਕਰਨ ਕੀ ਜਾ ਰਹੇ ਹੋ, ਪ੍ਰਯੋਜਨ ਕੀ ਹੈ ਤੁਹਾਡਾ, ਕੀ ਕਰਨ ਜਾ ਰਹੇ ਹੋ। ਕੋਈ ਸਿੱਧੇ ਕੋਈ ਕੰਮ ਵੀ ਹੈ ਤੁਹਾਨੂੰ ਉੱਥੇ ਜਾਣ ਦਾ, ਕੋਈ ਫਰਕ ਪਿਆ ਜ਼ਿੰਦਗੀ ਦੇ ਵਿੱਚ। ਤਾਂ ਕਹਿੰਦੇ ਹਜ ਕਾਬੇ ਹੋਂ ਜਾਏ ਥਾ, ਆਗੇ ਮਿਲਿਆ ਖੁਦਾਏ, ਅੱਗੋਂ ਮੈਨੂੰ ਰੱਬ ਮਿਲ ਪਿਆ। ਸਾਈਂ ਮੁਝ ਸਿਓ ਲੜ ਪਰਿਆ। ਸਾਈਂ ਦਾ ਅਰਥ ਹੈ ਪਰਮਾਤਮਾ, ਲੜ ਪਰਿਆ ਦੇ ਅਰਥ ਨੇ ਲੜ ਪਿਆ, ਬੜਾ ਕ੍ਰੋਧ ਵਿੱਚ ਆ ਗਿਆ। ਸਾਈਂ ਮੁਝ ਸਿਓ ਲੜ ਪਰਿਆ, ਤੁਝ ਕਿਨ ਫੁਰਮਾਈ ਗਾਏ। ਤੈਨੂੰ ਕਿਹਨੇ ਕਿਹਾ ਵੀ ਮੈਂ ਇੱਕ ਗਾਏ ਦਾ ਅਰਥ ਹੈ ਪਿੰਡ ਵਿੱਚ ਰਹਿਣਾ, ਗਾਂਵ ਵਿੱਚ। ਤੈਨੂੰ ਕਿਹਨੇ ਦੱਸਿਆ ਮੈਂ ਕਿਸੇ ਇਮਾਰਤ ਵਿੱਚ ਰਹਿਣਾ? ਕਿਹਨੇ ਫਰਮਾਇਆ ਤੈਨੂੰ, ਕਿਹਨੇ ਦੱਸਿਆ? ਕਹਿੰਦੇ ਮੈਂ ਬੜੀ ਮੁਸ਼ਕਲ ਨਾਲ ਹੱਥ ਪੈਰ ਜੋੜੇ, ਮਾਫੀ ਮੰਗੀ ਤੇ ਵਾਪਸ ਆ ਗਿਆ। ਮੈਂ ਬੇਨਤੀ ਕਰ ਰਿਹਾ ਸੀ, ਧਰਮ ਦਾ ਨਿਵਾਸ ਬੰਦੇ ਦੇ ਸਰੀਰ ਵਿੱਚ ਹੁੰਦਾ, ਧਰਮੀ ਲੋਕਾਂ ਦੇ। ਇਹ ਜਿਹੜੇ ਅਸਥਾਨ ਬਣੇ ਨੇ, ਇਹ ਅਸਥਾਨ ਬਣੇ ਨੇ, ਇੱਥੇ ਸਿੱਖਣਾ ਹੈ ਵੀ ਧਰਮ ਨੂੰ ਸਰੀਰ ਵਿੱਚ ਕਿਵੇਂ ਧਾਰਨ ਕਰਨਾ ਹੈ, ਅੰਦਰ ਕਿਵੇਂ ਲਿਆਉਣਾ ਹੈ। ਇੱਥੇ ਨਹੀਂ ਰੱਖਣਾ, ਇੱਥੇ ਤੇ ਹੈ ਹੀ ਧਰਮ। ਇਸ ਲਈ ਗੁਰਦੁਆਰਾ ਤੇ ਬਹੁਤ ਵੱਡਾ ਹੈ। ਗੁਰਦੁਆਰੇ ਦਾ ਤੇ ਕੋਈ ਅੰਤ ਨਹੀਂ, ਕੋਈ 10 ਕਿੱਲਿਆਂ ਵਿੱਚ ਹੈ, ਕੋਈ 5 ਵਿੱਚ, ਕੋਈ 1 ਕਿੱਲੇ ਵਿੱਚ, ਕੋਈ ਛੋਟਾ ਵੀ, ਪਰ ਉਹ ਸਾਰਾ ਗੁਰਦੁਆਰਾ ਬਹੁਤਾ ਮਹੱਤਵਪੂਰਨ ਨਹੀਂ ਹੁੰਦਾ ਥਾਂ। ਉਹਦੇ ਵਿੱਚ ਇੱਕ ਥੋੜ੍ਹਾ ਜਿਹਾ ਥਾਂ ਬਹੁਤ ਮਹੱਤਵਪੂਰਨ ਹੁੰਦਾ ਹੈ। 2-3 ਥਾਵਾਂ ਬੜੀਆਂ ਵੱਡੀਆਂ ਨੇ। ਉਹਦੇ ਵਿੱਚ ਇੱਕ ਥਾਂ ਹੈ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਇੱਕ ਬਾਕੀ ਸਾਰਾ ਹੀ ਥਾਂ ਹੈ, ਸਭ ਤੋਂ ਮਹੱਤਵਪੂਰਨ ਹੈ। ਹੁਣ ਅੱਗੇ ਤੁਰਾਂ, ਦੂਜੀ ਥਾਂ ਉਹ ਮਹੱਤਵਪੂਰਨ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨੂੰ ਪੜਚੋਲਿਆ ਜਾਂਦਾ ਹੈ, ਜਪਿਆ ਜਾਂਦਾ ਹੈ ਤੇ ਗਾਇਆ ਜਾਂਦਾ। ਉਹ ਥਾਂ ਵੀ ਗਿਣਨ ਵਿੱਚ ਆਉਂਦੀ ਹੈ। ਹੋਰ ਅੱਗੇ ਮੈਂ ਬੇਨਤੀ ਕਰਾਂ, ਤੀਜੇ ਉਹ ਸਰੀਰ ਬੜੇ ਮਹੱਤਵਪੂਰਨ ਨੇ ਜਿਨ੍ਹਾਂ ਸਰੀਰਾਂ ਦੇ ਅੰਦਰ ਉਹ ਸ਼ਬਦ ਕਮਾਇਆ ਜਾਂਦਾ ਹੈ ਇੱਥੇ ਬਹਿ ਕੇ। ਬਾਕੀ ਕੋਈ ਮਹੱਤਵਪੂਰਨ ਨਹੀਂ, ਬਾਕੀ ਤੇ ਸੰਸਾਰ ਦਾ ਹਿੱਸਾ ਹੈ, ਬਾਕੀ ਕੀ ਹੈ। ਜੇ ਉਹ ਸ਼ਬਦ ਵਿੱਚ ਆਇਆ ਨਹੀਂ, ਇੱਥੇ ਕਮਾਇਆ ਨਹੀਂ, ਇੱਥੇ ਕੰਮ ਨਹੀਂ ਕੀਤਾ, ਤੇ ਉਹ ਕਾਹਦਾ ਸਰੀਰ ਆਇਆ ਤੇ ਕਾਹਦਾ ਨਾ ਆਇਆ। ਜਿਵੇਂ ਆਇਆ ਉਵੇਂ ਹੀ ਚਲਾ ਗਿਆ। ਇਹ ਖਾਣ ਵਾਲੀਆਂ ਚੀਜ਼ਾਂ ਤੇ ਬਾਜ਼ਾਰ ਵਿੱਚੋਂ ਵੀ ਮਿਲ ਜਾਣੀਆਂ ਸਨ। ਸੈਰ ਤੇ ਅਸੀਂ ਬਾਹਰਲੇ ਗਾਰਡਨ ਵਿੱਚ, ਬਾਗ ਵਿੱਚ ਵੀ ਕਰ ਸਕਦੇ ਸੀ, ਕੋਈ ਵੱਡੀ ਗੱਲ ਨਹੀਂ। ਤਾਂ ਇਹ ਜਿਹੜੇ 4 ਚੀਜ਼ਾਂ ਕਹੀਆਂ ਗਈਆਂ ਨੇ, ਉਹਦੇ ਵਿੱਚ ਧਰਮ ਜਿਹੜਾ ਸਭ ਤੋਂ ਪਹਿਲਾ ਹੈ। ਧਰਮ ਦੀ ਇੱਕ ਥਾਂ ਹੈ। ਕੱਲ ਪੁੱਛਿਆ ਗਿਆ ਸੀ ਕਿ ਧਰਮ ਕਿਹਨੂੰ ਕਹਿੰਦੇ ਨੇ, ਤਾਂ ਕਿ ਅਰਥ ਸਮਝ ਵਿੱਚ ਆਏ, ਅਰਥ ਮਿਲੇ ਜ਼ਿੰਦਗੀ ਦਾ ਤੇ ਕਾਮਨਾ ਪੂਰੀ ਹੋ ਜਾ। ਤੀਜਾ ਪਦਾਰਥ, ਤੇ ਜਿਹਦੀ ਕਾਮਨਾ ਪੂਰੀ ਹੋ ਗਈ, ਮੁਕਤ ਹੋ ਗਿਆ। ਤਾਂ ਉਹ ਜੁਗਤੀ ਕਿਹੜੀ, ਮੈਂ ਬੇਨਤੀ ਕਰ ਰਿਹਾ ਸੀ, ਭੁਗਤ ਦੇ ਅਰਥ ਨੇ ਮਾਇਆ। ਮਾਇਆ ਦੇ ਵਿੱਚ ਰਹਿ ਕੇ ਇਹਦੇ ਤੋਂ ਉਲਟ ਪ੍ਰਭਾਵਾਂ ਤੋਂ ਬਚਣ ਦਾ ਤਰੀਕਾ ਜਿਹੜਾ, ਉਹਨੂੰ ਕਹਿੰਦੇ ਜੁਗਤ। ਜੁਗਤ ਦਾ ਅਰਥ ਹੈ ਸਿਸਟਮ, ਤਰੀਕਾ। ਉਹਦੇ ਤੋਂ ਬਿਨਾਂ ਕੋਈ ਨਹੀਂ ਹੋ ਸਕਦਾ, ਕੋਈ ਧਰਮ ਵਿੱਚ ਕਾਮਯਾਬ ਨਹੀਂ। ਤੇ ਮੈਂ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਗੱਲ ਸਾਂਝੀ ਕਰ ਰਿਹਾ ਸੀ।
ਉਹਨਾਂ ਨੇ ਪੁੱਛਿਆ ਕਿ ਮੈਂ, ਕਿਸੇ ਨੇ ਕਿਹਾ ਸੀ ਤੁਸੀਂ ਕਹਿੰਦੇ ਹੋ ਧਰਮ ਚਲਾਉਣ, ਧਰਮ ਅਸੀਂ ਹੋਰ ਇੱਥੇ ਧਰਮ ਪੈਦਾ ਕਰਨਾ, ਧਰਮ ਤੇ ਪਹਿਲਾਂ ਹੀ ਬੜੇ ਨੇ, ਕੋਈ ਕਮੀ ਨਹੀਂ ਧਰਮਾਂ ਦੀ, ਬੜੇ ਗਿਆਨ ਨੇ, ਗ੍ਰੰਥ ਬੜੇ ਲਿਖੇ ਗਏ, ਤੁਸੀਂ ਕੀ ਕਰਨ ਆਏ ਹੋ? ਤਾਂ ਕਲਗੀਧਰ ਪਾਤਸ਼ਾਹ ਨੇ ਕਿਹਾ ਧਰਮ ਇੱਥੇ ਹੈ ਪਰ ਇੱਕ ਥਾਂ ਤੇ ਪਿਆ ਹੋਇਆ, ਚੱਲਦਾ ਨਹੀਂ ਪਿਆ, ਮੈਂ ਚਲਾਉਣ ਆਇਆ। ਪਿਆ ਹੋਇਆ, ਮੈਂ ਉਹਦੀ ਸਪਲਾਈ ਕਰਨੀ ਚਾਹੁੰਦਾ, ਮੈਂ ਉਹਦਾ ਸੰਚਾਰ ਕਰਨਾ ਚਾਹੁੰਦਾ, ਮੈਂ ਉਹਨੂੰ ਲੋਕਾਂ ਦੇ ਜੀਵਨ ਵਿੱਚ ਲਿਜਾਣਾ ਚਾਹੁੰਦਾ। ਇਸ ਕਰਕੇ ਸ਼ਬਦ ਵਰਤਿਆ ਧਰਮ ਚਲਾਵਣ, ਮੈਂ ਧਰਮ ਨੂੰ ਚਲਾਉਣ ਆਇਆ। ਧਰਮੀ ਹੋ ਜਾਣਾ ਹੋਰ ਗੱਲ ਹੈ, ਧਰਮ ਨੂੰ ਪੜ੍ਹਨਾ ਇੱਕ ਹੋਰ ਗੱਲ ਹੈ, ਧਰਮ ਨੂੰ ਸੁਣਨਾ ਇੱਕ ਹੋਰ ਗੱਲ ਹੈ, ਬੋਲਣਾ ਹੋਰ ਹੈ, ਧਰਮ ਨੂੰ ਮੱਥਾ ਟੇਕਣਾ ਹੋਰ ਹੈ, ਤੇ ਅਖੀਰਲੀ ਗੱਲ ਹੈ ਧਰਮ ਨੂੰ ਜੀਵਨ ਵਿੱਚ ਚਲਾਉਣਾ। ਜਿੰਨਾ ਚਿਰ ਚਲਾਉਂਦਾ ਨਹੀਂ ਕੀ ਅਰਥ ਨੇ? ਤਾਂ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਮੈਂ ਧਰਮ ਚਲਾਉਣ ਆਇਆ, ਸਰੀਰ ਵਿੱਚ, ਜੀਵਨ ਵਿੱਚ, ਇਕੱਲੇ ਥਾਵਾਂ ਵਿੱਚ ਨਹੀਂ। ਭਾਵੇਂ ਕਿ ਸਮਝਿਆ ਜਾਂਦਾ ਹੈ ਫਲਾਣਾ ਧਰਮ, ਕਹਿੰਦੇ ਬੜੀ ਚੜ੍ਹਦੀ ਕਲਾ, ਕਿਉਂ? ਕਹਿੰਦੇ ਸਾਰੇ ਦੇਸ਼ਾਂ ਵਿੱਚ ਅਸੀਂ ਕੇਸਰੀ ਨਿਸ਼ਾਨ ਸਾਹਿਬ ਗੱਡ ਦਿੱਤੇ ਨੇ, ਬਾਹਰਲਾ ਹਿੱਸਾ ਸਿਰਫ ਖਿਆਲ ਰੱਖਣਾ, ਚੇਤਾ ਰੱਖਣਾ ਚਾਹੀਦਾ ਜਿੰਨਾ ਉੱਚਾ ਨਿਸ਼ਾਨ ਸਾਹਿਬ ਹੈ ਓਨਾ ਹੀ ਉੱਚਾ ਸਿੱਖ ਦਾ ਜੀਵਨ ਹੋਵੇ ਤਾਂ ਉਹ ਸ਼ੋਭਦਾ ਨਿਸ਼ਾਨ ਸਾਹਿਬ। ਅਸੀਂ ਕਹਿੰਦੇ ਜੀ 150 ਫੁੱਟ ਦਾ ਨਿਸ਼ਾਨ ਸਾਹਿਬ ਚੜਾ ਦਿੱਤਾ, ਤੇ ਜਿਹੜਾ ਚੜਾ ਕੇ ਗਿਆ ਚੋਲਾ ਸਾਹਿਬ, ਉਹਦੇ ਸਿਰ ਤੇ ਕੇਸ ਹੈ? ਜਿਹੜਾ ਉਸ ਚੋਲੇ ਨੂੰ ਚੜਾ ਰਿਹਾ ਹੈ, ਜਿਹੜਾ ਉਹਦੀ ਪਰਿਕਰਮਾ ਕਰ ਰਿਹਾ ਹੈ, ਜਿਹੜਾ ਉਸ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਦਾ ਪਿਆ, ਕੀ ਉਹ ਰੋਮਾਂ ਦੀ ਬੇਅਦਬੀ ਕਰਦਾ ਹੈ ਕਿ ਨਹੀਂ ਕਰਦਾ? ਜੇ ਰੋਮਾਂ ਦੀ ਬੇਅਦਬੀ ਕਰ ਰਿਹਾ, ਜੇ ਕੇਸ ਕੱਟ ਰਿਹਾ ਹੈ, ਤੇ ਉੱਚੇ ਨਿਸ਼ਾਨ ਸਾਹਿਬ ਦੇ ਕੀ ਅਰਥ ਕਰੇਗਾ? ਕੀ ਅਰਥ ਹੋਣਗੇ ਉਸ ਚੀਜ਼ ਦੇ? ਤਾਂ ਧਰਮ ਧਰਤੀ ਤੇ ਰਹਿੰਦਾ ਜ਼ਰੂਰ ਹੈ, ਥਾਵਾਂ ਤੇ ਚੱਲਦਾ ਨਹੀਂ। ਚੱਲਣ ਵਾਸਤੇ ਤੇ ਧਰਮ ਨੂੰ ਸਰੀਰ ਚਾਹੀਦੇ ਨੇ, ਜੀਵਨ ਚਾਹੀਦਾ। ਇਸ ਕਰਕੇ ਕਹਿੰਦੇ ਧਰਮ ਨੂੰ ਬੰਦੇ ਨੇ ਸਰੀਰ ਵਿੱਚੋਂ ਬਾਹਰ ਕੱਢ ਦਿੱਤਾ ਹੈ, ਜੀਵਨ ਵਿੱਚੋਂ ਬਾਹਰ ਕੱਢ ਦਿੱਤਾ, ਤੇ ਧਾਰਮਿਕ ਥਾਵਾਂ ਵਿੱਚ ਡੱਕ ਦਿੱਤਾ ਵੀ ਇੱਥੇ ਰਹੋ। ਕੋਈ ਮੰਦਰ ਵਿੱਚ ਸੱਜਣ ਚਲਾ ਗਿਆ ਤਾਂ ਉਹ ਸੀ ਕਿਰਤੀ ਸੀ, ਉਹ ਸੀ ਜਿਹਨੂੰ ਕਹਿੰਦੇ ਕੰਮ ਕਰਨ ਵਾਲਾ, ਚੌਥੀ ਜਾਤ ਵਿੱਚ ਉਹ ਸੀ, ਸ਼ੂਦਰ ਸੀ। ਤਾਂ ਉਹਨਾਂ ਨੇ ਅੰਦਰ ਵੜਨ ਲੱਗਿਆਂ ਬਾਹਰ ਕੱਢ ਦਿੱਤਾ ਮੰਦਰ ਦੇ ਵਿੱਚੋਂ। ਅੱਜ ਵੀ ਐਸੇ ਮੰਦਰ ਨੇ, ਅੱਜ ਵੀ ਇਸ ਤਰ੍ਹਾਂ ਦੇ ਮੰਦਰ ਨੇ। ਆ ਜਿਹੜੇ ਜਲ ਲੈ ਕੇ ਆਉਂਦੇ ਚੜਾਉਣ ਵਾਸਤੇ ਅੱਜ ਕੱਲ੍ਹ ਕਾਬੜ ਵਾਲੇ ਸੱਜਣ, ਮੈਂ ਹੁਣੇ ਹੀ ਇੱਕ ਸੁਣਿਆ ਪਿੰਡ ਵਿੱਚ, ਉਹ ਵਿਚਾਰੇ ਸ਼ੂਦਰ ਜਾਤ ਵਿੱਚੋਂ ਸਨ, ਲੈ ਕੇ ਆਏ ਮੰਦਰ ਵਿੱਚ ਚੜਾਉਣ ਗਏ, ਤੇ ਪੰਡਤ ਜੀ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗੇ ਤੁਹਾਡਾ ਨਹੀਂ ਇੱਥੇ ਚੜ ਸਕਦਾ। ਤਾਂ ਫਿਰ ਉਹਨਾਂ ਨੂੰ ਕਿਸੇ ਸਲਾਹ ਦਿੱਤੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਕੋਲ ਚਲੇ ਜਾਓ, ਨਮਸਕਾਰ ਕਰੋ, ਉੱਥੇ ਜਾ ਕੇ ਕੀਰਤਨ ਸੁਣੋ, ਨਾਮ ਜਪੋ, ਕੋਈ ਨਹੀਂ ਰੋਕਦਾ, ਜਿਹੜਾ ਮਰਜ਼ੀ ਆ ਜਾਏ। ਤਾਂ ਇਸੇ ਤਰ੍ਹਾਂ ਇੱਕ ਕਿਰਤੀ, ਇੱਕ ਕੰਮ ਕਰਨ ਵਾਲਾ, ਇੱਕ ਸ਼ੂਦਰ ਚਲਾ ਗਿਆ ਕਿਸੇ ਮੰਦਰ ਵਿੱਚ, ਤਾਂ ਉਹਨੂੰ ਰੋਕ ਦਿੱਤਾ ਪਹਿਰੇਦਾਰਾਂ ਨੇ, ਕਹਿੰਦੇ ਤੂੰ ਨਹੀਂ ਜਾ ਸਕਦਾ। ਉਹ ਕਹਿੰਦਾ ਬੜੀਆਂ ਉਹਨੇ ਦਲੀਲਾਂ ਦਿੱਤੀਆਂ, ਕਹਿੰਦਾ ਵੀ ਇਹ ਮੰਦਰ ਵਿੱਚ ਮੈਨੂੰ ਇੱਕ ਵਾਰੀ ਜਾਣ ਦਿਓ, ਨਮਸਕਾਰ ਕਰ ਲੈਣ ਦਿਓ। ਕਿਉਂ? ਇਹ ਜਦੋਂ ਬਣਿਆ ਸੀ ਮੈਂ ਫਰਸ਼ ਲਵਾਇਆ ਸੀ, ਇੱਟਾਂ ਸਿੱਟੀਆਂ ਸਨ, ਮੈਂ ਸੀਮਟ ਢੋਂਦਾ ਰਿਹਾ, ਮੈਂ ਤਾਂ ਇੱਥੇ ਪਸੀਨਿਓਂ ਪਸੀਨੇ ਹੁੰਦਾ ਰਿਹਾ। ਮੈਂ ਵਿੱਚ ਵਿੱਚ ਭਾਵੇਂ ਗਰੀਬ ਸਾਂ, ਦਿਹਾੜੀਆਂ ਲੈਂਦਾ ਸੀ, ਪਰ ਪਿਆਰ ਵਿੱਚ ਆ ਕੇ ਮੈਂ ਵੀ 4 ਦਿਹਾੜੀਆਂ ਛੱਡੀਆਂ ਵੀ ਮੇਰੀ ਵੀ ਸੇਵਾ ਲੇਖੇ ਵਿੱਚ ਲੱਗੇ। ਪਰ ਨਹੀਂ, ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਕਹਿਣ ਲੱਗੇ ਚਲਾ ਜਾ, ਤੂੰ ਸ਼ੂਦਰ ਹੈ, ਤੇਰੀ ਇੱਥੇ ਕੋਈ ਥਾਂ ਨਹੀਂ, ਚਲਾ ਜਾ ਇਸ ਥਾਂ ਤੋਂ। ਉਹ ਵਿਚਾਰਾ ਰੋਂਦਾ ਹੋਇਆ ਗਿਆ, ਬਹੁਤ ਰੋਇਆ, ਪੂਰਾ ਜ਼ੋਰ ਲਾ ਕੇ ਰੋਇਆ, ਤੇ ਘਰ ਆਪਣੇ ਮੰਜੇ ਤੇ ਬੈਠਾ ਬੈਠਾ ਰੋਂਦਾ ਰੋਂਦਾ ਜਦੋਂ ਬਿਲਕੁਲ ਉਹਦੀ ਸਾਰੀ ਸ਼ਕਤੀ ਰੋ ਰੋ ਕੇ, ਹਿਚਕੀਆਂ ਲੈ ਲੈ ਕੇ ਖਤਮ ਹੋ ਗਈ, ਤੇ ਨੀਂਦ ਆ ਗਈ, ਥੱਕ ਗਿਆ ਰੋ ਰੋ। ਉਸ ਨੀਂਦ ਵਿੱਚ ਕਹਿੰਦੇ ਖੁਦਾ ਪਰਮਾਤਮਾ ਪ੍ਰਗਟ ਹੋਇਆ, ਸਾਹਮਣੇ ਆਇਆ, ਉਹਨੇ ਸਿਰ ਤੇ ਹੱਥ ਰੱਖਿਆ, ਕਹਿਣ ਲੱਗਾ ਬੇਟਾ ਕਿਉਂ ਇੰਨਾ ਦੁਖੀ ਕਿਉਂ ਹੋਇਆ, ਇੰਨਾ ਕਿਉਂ ਰੋ ਰਿਹਾ, ਇੰਨਾ ਤੇ ਤੈਨੂੰ ਦੁਖੀ ਨਹੀਂ ਸੀ ਹੋਣਾ ਚਾਹੀਦਾ। ਉਸ ਸੁਪਨੇ ਵਿੱਚ ਪਰਮਾਤਮਾ ਨੇ ਦਿਲਾਸਾ ਦਿੱਤੀ, ਹੌਸਲਾ ਦਿੱਤਾ। ਉਹਨੇ ਕਿਹਾ ਜੀ ਹੱਦ ਹੋ ਗਈ, ਇਸੇ ਮੰਦਰ ਵਿੱਚ ਮੇਰਾ ਪਸੀਨਾ ਵਹਿੰਦਾ ਰਿਹਾ, ਇਸੇ ਧਾਰਮਿਕ ਥਾਂ ਵਿੱਚ ਮੈਂ ਸੇਵਾ ਕਰਦਾ ਰਿਹਾ, ਅੱਜ ਮੈਨੂੰ ਅੰਦਰ ਨਹੀਂ ਜਾਣ ਦਿੰਦੇ, ਤੇ ਇਸ ਤਰ੍ਹਾਂ ਹੁੰਦਾ ਰਿਹਾ ਹੈ।
ਕਦੀ ਵੀ ਜਿਹੜੇ ਲੋਕ ਕੱਟੜਵਾਦੀ ਹੁੰਦੇ ਨੇ, ਸਿਰਫ ਤੁਸੀਂ ਜਾਣਦੇ ਹੋ ਨਾ ਕਿ ਹਰਿਮੰਦਰ ਸਾਹਿਬ ਵਿੱਚ ਜਾਣ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਉਂਦਿਆਂ ਸਾਰ ਦਰਸ਼ਨੀ ਡਿਊਟੀ ਦਾ ਦਰਵਾਜ਼ਾ ਬੰਦ, ਕਿਤੇ ਅੰਦਰ ਨਾ ਆ ਜਾਣ। ਇਹ ਸ਼ੁਰੂ ਤੋਂ ਰਿਹਾ ਹੈ, ਅੱਜ ਵੀ ਹੈ ਤੇ ਹੁੰਦਾ ਵੀ ਰਹੇਗਾ। ਇਹ ਨਹੀਂ ਬਰਦਾਸ਼ਤ ਹੁੰਦਾ, ਕਿਸੇ ਨੂੰ ਚੰਗਾ ਨਹੀਂ ਲੱਗਦਾ। ਅਸੀਂ ਕਹਿੰਦੇ ਹਾਂ ਕਿ ਜਿਹੜੇ ਲੋਕ ਮਾਇਆਧਾਰੀ ਨੇ, ਧਰਮ ਉਹਨਾਂ ਕਰਕੇ ਨੀਵਾਂ ਨਹੀਂ। ਜਿਹੜੇ ਲੋਕ ਆਪਣਾ ਨਾਮ ਧਾਰਮਿਕ ਧਰਾ ਲੈਂਦੇ ਨੇ, ਧਰਮ ਨੂੰ ਜੀਵਨ ਵਿੱਚ ਨਹੀਂ ਲਿਆਉਂਦੇ, ਧਰਮ ਉਹਨਾਂ ਕਰਕੇ ਭ੍ਰਿਸ਼ਟ ਹੁੰਦਾ ਧਰਤੀ ਤੇ। ਉਸ ਕਿਰਤੀ ਨੂੰ ਜਦੋਂ ਪਰਮਾਤਮਾ ਨੇ ਉਸ ਸੁਪਨ ਵਿੱਚ, ਉਸ ਖੁਆਬ ਦੇ ਵਿੱਚ, ਸੁਪਨੇ ਵਿੱਚ ਬਹੁਤ ਧੀਰਜ ਦਿੱਤੀ, ਤੂੰ ਰੋ ਨਾ, ਮੈਂ ਤੈਨੂੰ ਆਪ ਮਿਲਣ ਆ ਗਿਆ। ਮੈਨੂੰ ਪਤਾ ਤੂੰ ਗਿਆ ਸੀ ਮੇਰੇ ਘਰ, ਉਹਨਾਂ ਤੈਨੂੰ ਅੰਦਰ ਨਹੀਂ ਜਾਣ ਦਿੱਤਾ, ਇਸ ਕਰਕੇ ਮੈਂ ਸਾਰੇ ਕੰਮ ਛੱਡ ਕੇ, ਸੱਚਖੰਡ ਦਾ ਸਿੰਘਾਸਨ ਛੱਡ ਕੇ ਤੇਰੇ ਘਰ ਆਇਆ ਵੀ ਤੂੰ ਨਿਰਾਸ਼ ਨਾ ਹੋ ਜਾਏ। ਤੇਰੀ ਆਵਾਜ਼, ਤੇਰੇ ਰੋਣ ਦੀ ਆਵਾਜ਼ ਮੇਰੇ ਕੰਨਾਂ ਤੱਕ ਚਲੀ ਗਈ, ਮੈਂ ਤਾਂ ਆਇਆ, ਤੂੰ ਚੁੱਪ ਕਰ। ਉਹਨੇ ਕਿਹਾ ਨਹੀਂ, ਮੇਰੇ ਮਨ ਨੂੰ ਬੜਾ ਦੁੱਖ ਹੋਇਆ ਹੈ। ਤੇ ਪਰਮਾਤਮਾ ਨੇ ਕਿਹਾ, ਕਹਿਣ ਲੱਗਾ ਵੈਸੇ ਮੈਂ ਕਿਸੇ ਅੱਗੇ ਪਰਦਾ ਖੋਲ੍ਹਦਾ ਨਹੀਂ, ਪਰ ਤੈਨੂੰ ਅੱਜ ਦੱਸ ਦੇਣਾ, ਤੂੰ ਕਿਉਂ ਘਬਰਾਉਣਾ ਹੈ। ਉਹ ਮੇਰਾ ਤੇ ਉੱਥੇ ਨਾ ਹੀ ਵਰਤਦੇ ਨੇ, ਮੈਨੂੰ ਵੀ ਨਹੀਂ ਰਹਿਣ ਦਿੰਦੇ ਉਸ ਮੰਦਰ ਵਿੱਚ, ਮੈਨੂੰ ਵੀ ਕੱਢ ਦਿੱਤਾ ਉਹਨਾਂ ਨੇ। ਇਹ ਉਹਨਾਂ ਤੇ ਸਿਰਫ ਮੇਰਾ ਲੇਬਲ ਲਾਇਆ, ਨਾ ਮੇਰੀ ਉੱਥੇ ਮਰਜ਼ੀ ਚੱਲਦੀ, ਨਾ ਮੇਰਾ ਉੱਥੇ ਸਿਧਾਂਤ ਚੱਲਦਾ ਹੈ, ਨਾ ਮੇਰਾ ਉੱਥੇ ਕੋਈ ਇਸ ਤਰ੍ਹਾਂ ਦੀ ਗੱਲ ਚੱਲਦੀ ਏ। ਮੈਂ ਆਪ ਨਹੀਂ ਉੱਥੇ ਰਹਿੰਦਾ, ਤੂੰ ਕਿਉਂ ਨਿਰਾਸ਼ ਹੁੰਦਾ ਹੈ। ਆਪਾਂ ਦੋਵੇਂ ਇਕੱਠੇ ਰਵਾਂਗੇ, ਨਾ ਉੱਥੇ ਤੈਨੂੰ ਰਹਿਣ ਦਿੰਦੇ ਨੇ, ਨਾ ਉੱਥੇ ਮੈਨੂੰ ਰਹਿਣ ਦਿੰਦੇ। ਇਸ ਕਰਕੇ ਕਲਗੀਆਂ ਵਾਲੇ ਨੇ ਕਿਹਾ ਸੀ, ਧਰਮ ਚਲਾਵਣ, ਮੈਂ ਧਰਮ ਨੂੰ ਜੀਵਨ ਵਿੱਚ ਚਲਾਉਣਾ ਚਾਹੁੰਦਾ, ਪੱਥਰਾਂ ਵਿੱਚ ਨਹੀਂ। ਪੱਥਰਾਂ ਵਿੱਚ ਧਰਮ ਨਹੀਂ ਚੱਲਦਾ ਕਦੀ, ਧਰਮ ਸਰੀਰਾਂ ਵਿੱਚ ਚੱਲਦਾ ਹੁੰਦਾ ਹੈ, ਸ਼ਬਦ ਸਰੀਰਾਂ ਵਿੱਚ ਚੱਲਦਾ ਹੈ। ਇਸ ਕਰਕੇ ਸਭ ਤੋਂ ਨਵੀਨ ਧਰਮ ਦਿੱਤਾ ਸ਼ਬਦ। ਸ਼ਬਦ ਜਿਉਂਦਾ ਹੈ, ਜਾਗਦਾ ਹੈ, ਔਰ ਸ਼ਬਦ ਸਰੀਰਾਂ ਵਿੱਚ ਜਾਂਦਾ। ਹੁਣ ਵੇਖੋ, ਲੋਕ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਕਿਵੇਂ ਨੇ, ਤੇ ਗੁਰੂ ਹੋਰ ਕੀ ਹੁੰਦਾ? ਜਿਹੜਾ ਬੰਦੇ ਦੇ ਮਨ ਤੱਕ ਚਲਾ ਜਾਏ, ਗੁਰੂ ਉਹੀ ਹੈ ਨਾ, ਬੰਦੇ ਦੇ ਮਨ ਤੱਕ ਪਹੁੰਚ ਕਰ ਲਵੇ। ਪਰਮਾਤਮਾ ਉਹੀ ਹੈ, ਭਗਵਾਨ ਉਹੀ ਹੈ। ਗੁਰੂ ਗ੍ਰੰਥ ਸਾਹਿਬ ਗੁਰੂ ਕਿਵੇਂ ਨੇ? ਤੁਸੀਂ ਹੁਣ ਕਿੰਨੇ ਸਰੀਰ ਜੁੜੇ ਬੈਠੇ ਹੋ, ਸਾਰਿਆਂ ਦੇ ਮਨ ਤੱਕ ਜਾ ਰਿਹਾ ਸ਼ਬਦ, ਸਾਰਿਆਂ ਦੇ ਮਨ ਤੱਕ ਪਹੁੰਚ ਕਰ ਰਿਹਾ, ਤੇ ਇਹ ਗੁਰੂ ਹੈ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭੈ ਕੋ ਮੂਲ ਉਪਾਰਨ। ਮੈਂ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ, ਧਰਮ ਚੱਲੇ ਤਾਂ ਬੰਦੇ ਦੇ ਜੀਵਨ ਵਿੱਚ ਚੱਲੇ। ਬਾਹਰ ਤੇ ਉਹ ਥੋੜ੍ਹਾ ਜਿਹਾ ਚੱਲ ਜਾਏ ਠੀਕ ਹੈ, ਉਹਦਾ ਥਾਂ ਹਿਰਦਾ, ਉਹਦਾ ਥਾਂ ਹੈ ਬੰਦੇ ਦਾ ਜੀਵਨ, ਉਹਦਾ ਮਨ। ਬਸ ਰਹਿ ਗਿਆ ਧਰਮ ਬਾਰ-ਬਾਰ ਕਹਾਣੀਆਂ ਵਿੱਚ, ਕਥਾਵਾਂ ਵਿੱਚ, ਹੋਰ ਗੱਲਾਂ ਵਿੱਚ, ਪੂਜਾਵਾਂ ਦੇ ਵਿੱਚ, ਯਾਤਰਾਵਾਂ ਦੇ ਵਿੱਚ, ਇਹਨਾਂ ਚੀਜ਼ਾਂ ਵਿੱਚ ਫਸ ਕੇ ਰਹਿ ਗਿਆ। ਉਹਦੀ ਥਾਂ ਸੀ ਬੰਦੇ ਦਾ ਜੀਵਨ, ਉਹਦੇ ਵਿੱਚ ਰਹਿੰਦਾ। ਮੈਂ ਬੇਨਤੀ ਸਾਂਝੀ ਕਰ ਰਿਹਾ ਸੀ ਵੀ ਧਰਮ ਕੀ ਹੈ, ਕਿਉਂਕਿ ਜੁਗਤੀ ਤੋਂ ਬਿਨਾਂ ਇਹਦੀ ਸਮਝ ਨਹੀਂ ਆ ਸਕਦੀ। ਤਿੰਨ ਚੀਜ਼ਾਂ ਦੀ ਆਪਾਂ ਵਿਆਖਿਆ ਕਰ ਰਹੇ ਹਾਂ ਇਹਨਾਂ ਦਿਨਾਂ ਵਿੱਚ, ਮੁਕਤੀ, ਭੁਗਤੀ ਔਰ ਜੁਗਤੀ। ਜੁਗਤੀ ਦਾ ਅਰਥ ਹੈ ਤਰੀਕਾ। ਤਰੀਕੇ ਤੋਂ ਬਿਨਾਂ ਕੋਈ ਬੰਦਾ ਧਰਮ ਨੂੰ ਨਹੀਂ ਸਮਝ ਸਕਦਾ। ਸਤਿਗੁਰੂ ਨੇ ਕਿਹਾ, ਪੜ੍ਹ ਲੈ ਪਾਠ ਜਿੰਨੇ ਮਰਜ਼ੀ, ਜੋ ਮਰਜ਼ੀ ਕਰ, ਜਿੰਨਾ ਚਿਰ ਗੁਰੂ ਤੋਂ ਸਿਸਟਮ ਨਾ ਲਿਆ, ਜੁਗਤ ਨਾ ਸਿੱਖੀ, ਤਰੀਕਾ ਨਾ ਲਿਆ। ਜੁਗਤ ਤੋਂ ਬਿਨਾਂ ਧਰਮ ਵਿੱਚ ਕਾਮਯਾਬੀ ਨਹੀਂ। ਜੁਗਤ ਦਾ ਅਰਥ ਹੈ ਗੁਰੂ। ਤਾਂ ਮੈਂ 3-4 ਉਦਾਹਰਨਾਂ ਦਿੱਤੀਆਂ ਸਨ ਕਿ ਪਾਣੀ ਵਿੱਚ ਡੁੱਬਦੇ ਨੂੰ ਝੱਗ ਨਹੀਂ ਬਚਾ ਸਕਦੀ, ਉਹਨੂੰ ਹੱਥ ਪਾਏ, ਉਹਦੇ ਲਈ ਹੋਰ ਚੀਜ਼ ਚਾਹੀਦੀ, ਉਹਦੀ ਵਿਰੋਧੀ। ਆਕਾਸ਼ ਵਿੱਚੋਂ ਡਿੱਗਦੇ ਨੂੰ, ਹਵਾ ਨੂੰ ਹੱਥ ਪਾਇਆ ਬੰਦਾ ਨਹੀਂ ਬਚਦਾ, ਡਿੱਗ ਪੈਂਦਾ ਹੈ। ਅੱਗ ਵਿੱਚ ਬਲਦੀ, ਅੱਗ ਵਿੱਚ ਡਿੱਗ ਪਏ ਆਦਮੀ ਤੇ ਧੂੰਏਂ ਨੂੰ ਫੜ ਕੇ ਬਾਹਰ ਨਿਕਲਣ ਦਾ ਯਤਨ ਕਰੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਉਹ ਬੰਦਾ ਇਸ ਤਰ੍ਹਾਂ ਯਤਨ ਕਰ ਰਿਹਾ ਜਿਹੜਾ ਸਿੱਧਾ ਕਹਿੰਦਾ ਮੈਂ ਗੁਰਬਾਣੀ ਨੂੰ ਪੜ੍ਹ ਕੇ ਮੈਂ ਸਿੱਧਾ ਹੀ ਧਰਮ ਨੂੰ ਸਮਝ ਲਵਾਂਗਾ। ਸਿੱਧਾ ਨਹੀਂ ਹੁੰਦਾ। ਗੁਰੂ ਤੋਂ ਬਿਨਾਂ ਤੇ ਸਾਧ ਸੰਗਤ ਤੋਂ ਬਿਨਾਂ ਨਹੀਂ ਪ੍ਰਾਪਤੀ, ਤੇ ਉਹ ਜੁਗਤੀ ਹੈ ਗੁਰੂ ਦੇ ਕੋਲ। ਜੁਗਤੀ ਦੇ ਅਰਥ ਹੁੰਦੇ ਨੇ ਔਖੀ ਤਰੀਕ, ਔਖੇ ਕੰਮ ਨੂੰ ਸੌਖਾ ਕਰ ਦੇਣਾ।
ਧਰਮ ਦੀ ਜੁਗਤੀ ਕਿਹੜੀ, ਹੁਣ ਉਹਦੇ ਵੱਲ ਥੋੜ੍ਹਾ ਜਿਹਾ ਆਪਾਂ ਯਤਨ ਕਰਾਂਗੇ ਸਮਝਣ ਦਾ। ਗੁਰੂ ਸਾਹਿਬ ਨੇ, ਗੁਰੂ ਅਰਜਨ ਦੇਵ ਜੀ ਨੇ ਫਿਰ ਤਰੀਕਾ ਦੱਸਿਆ। ਕਹਿੰਦੇ ਵੇਖੋ, ਇੱਕ ਦਰਿਆ ਹੈ, ਇੱਕ ਬੰਦਾ ਹੱਥ ਵਿੱਚ ਪੱਥਰ ਲੈ ਕੇ ਪਾਣੀ ਤੇ ਰੱਖਦਾ ਹੈ ਔਰ ਸੋਚਦਾ ਹੈ ਕਿ ਪੱਥਰ ਜਿਹੜਾ ਹੈ ਇਹ ਪਾਣੀ ਤੋਂ ਤਰ ਕੇ ਪਾਰ ਚਲਾ ਜਾਏਗਾ। ਨਹੀਂ ਜਾ ਸਕਦਾ, ਇਸ ਤਰ੍ਹਾਂ ਨਹੀਂ ਜਾਂਦਾ। ਕਈ ਪੱਥਰ ਡੁੱਬ ਗਏ ਤਾਂ ਉਹਨੂੰ ਕਿਸੇ ਸਿਆਣੇ ਨੇ ਕੋਲੋਂ ਲੰਘਦੇ ਨੇ ਸਮਝਾਇਆ, ਕੀ ਕਰ ਰਿਹਾ? ਕਹਿੰਦਾ ਮੈਂ ਚਾਹੁੰਦਾ ਇਹ ਪੱਥਰ ਪਾਣੀ ਤੋਂ ਪਾਰ ਚਲਾ ਜਾਏ। ਉਹਨੇ ਕਿਹਾ ਨਹੀਂ, ਨਾਮੁਮਕਿਨ, ਇਹ ਨਹੀਂ ਹੋ ਸਕਦਾ। ਜੇ ਤੂੰ ਪਾਣੀ ਤੋਂ ਇਸ ਦਰਿਆ ਦੇ ਪਾਰਲੇ ਪਾਸੇ ਪੱਥਰ ਲੈ ਕੇ ਜਾਣਾ ਸੱਜਣਾ, ਲੱਕੜ ਚਾਹੀਦੀ ਹੈ, ਲੱਕੜ ਦੀ ਸਹਾਰਾ ਲੈ ਲੈ, ਲੱਕੜ ਦੀ ਵਰਤੋਂ ਕਰ, ਬੇੜੀ ਲੈ ਕਿਸੇ ਤੋਂ, ਬੇੜੀ ਤੋਂ ਬਿਨਾਂ ਪੱਥਰ ਪਾਰ ਨਹੀਂ ਹੁੰਦਾ। ਤੇ ਗੁਰੂ ਅਰਜਨ ਦੇਵ ਜੀ ਨੇ ਉਦਾਹਰਨ ਦਿੱਤੀ, ਜਿਉਂ ਪਾਖਾਨ ਨਾਵ ਚੜ ਤਰੈ। ਪਾਖਾਨ ਕਹਿੰਦੇ ਪੱਥਰ ਨੂੰ, ਪੱਥਰ ਸਿੱਧਾ ਨਹੀਂ ਤਰੇਗਾ, ਉਹਦੀ ਜੁਗਤ ਹੈ ਬੇੜੀ। ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਇਸ ਤਰ੍ਹਾਂ ਪ੍ਰਾਣੀ ਨੇ, ਮਨੁੱਖ ਨੇ, ਜੇ ਇਸ ਪਦਾਰਥ ਰੂਪੀ ਅੱਗ ਵਿੱਚੋਂ ਬਾਹਰ ਨਿਕਲਣਾ ਹੈ, ਜੇ ਇਹਦੇ ਉੱਤੇ ਉੱਤੇ ਤਰਨਾ ਹੈ, ਚਾਹੀਦੀ ਹੈ ਅੱਗ ਮਾਇਆ ਦੀ, ਚਾਹੀਦਾ ਹੈ ਪਾਣੀ। ਪਾਣੀ ਤੋਂ ਬਿਨਾਂ ਬੇੜੀ ਤਰਦੀ ਵੀ ਨਹੀਂ, ਪਾਣੀ ਤੋਂ ਬਿਨਾਂ ਬੇੜੀ ਡੁੱਬਦੀ ਵੀ ਨਹੀਂ। ਦੋਵੇਂ ਕੰਮ ਪਾਣੀ ਵਿੱਚ ਹੋ ਸਕਦੇ ਨੇ। ਜੇ ਕੋਈ ਸੰਸਾਰ ਵਿੱਚ ਡੁੱਬਾ ਹੈ, ਉਹ ਵੀ ਸੰਸਾਰ ਵਿੱਚ ਮਾਇਆ ਵਿੱਚ ਰਹਿ ਕੇ, ਤੇ ਜੇ ਤਰਿਆ ਤੇ ਮਾਇਆ ਤੋਂ ਬਿਨਾਂ ਤਰਿਆ ਵੀ ਨਹੀਂ ਜਾ ਸਕਦਾ, ਕਿਉਂਕਿ ਪਾਣੀ ਹੀ ਕੋਈ ਨਹੀਂ, ਤਰੋਗੇ ਕਾਹਦੇ ਨਾਲ? ਸਰੀਰ ਤੋਂ ਬਿਨਾਂ ਕੋਈ ਨਹੀਂ ਤਰ ਸਕਦਾ। ਜਿਹੜੇ ਦੇਵਤੇ ਹਨ ਨਾ, ਗੁਰਬਾਣੀ ਨੇ ਕਿਹਾ ਹੈ ਕਿ ਜਿਸ ਸਰੀਰ ਦੀ ਬੰਦੇ ਨੂੰ ਕੋਈ ਸਮਝ ਨਹੀਂ, ਆ ਜਿਹੜੀ ਦੇਹ ਹੈ ਬੰਦੇ ਵਾਸਤੇ ਬੋਝ ਹੀ ਬਣ ਗਿਆ ਵੀ ਇਹਨੂੰ ਕਿਵੇਂ 60 ਸਾਲ ਤੱਕ ਖਿੱਚ ਕੇ ਲਿਜਾਣਾ ਹੈ। ਪ੍ਰਬੰਧ ਕਰ ਰਿਹਾ ਹੈ, ਇਹਦੀਆਂ ਰੋਟੀਆਂ ਨਾ ਮੁੱਕ ਜਾਣ ਮਰਨ ਤੱਕ, ਮਰਨ ਤੱਕ ਦਾ ਪ੍ਰਬੰਧ ਕਰ ਲਈਏ। ਆਦਮੀ ਆਮ ਕਹਿੰਦਾ ਚਲੋ ਨਿਕਲ ਕੇ ਠੀਕ ਹੈ, ਮੈਂ ਪ੍ਰਬੰਧ ਕਰ ਲਿਆ, ਮੇਰੇ ਜੋਗੀ ਪ੍ਰਾਪਰਟੀ ਹੈ, ਮੈਂ ਹੁਣ ਬੜਾ ਸੌਖਾ ਮਰ ਜਾਵਾਂਗਾ, 70-80 ਸਾਲ ਤੱਕ ਮੇਰੇ ਕੋਲ ਧਨ ਹੈ ਇੰਨਾ ਕੁ ਵੀ ਮੈਂ ਮੌਤ ਤੱਕ ਜਾ ਸਕਦਾ। ਇਹ ਹੈ ਬੰਦੇ ਦੀ ਦੌੜ। ਆਦਮੀ ਇੱਥੇ ਕੀ ਕਰ ਰਿਹਾ ਹੈ? ਮੌਤ ਤੱਕ ਪਹੁੰਚਣ ਦਾ ਉਪਰਾਲਾ ਕਰ ਰਿਹਾ ਵੀ ਉਹਨਾਂ ਚਿਰ ਮੇਰੇ ਕੋਲ ਦਾਣੇ ਨਾ ਮੁੱਕ ਜਾਣ, ਜਿੰਨੇ ਚਿਰ ਤੱਕ ਮੈਂ ਮਰਨਾ, ਹੋਰ ਕੋਈ ਪ੍ਰਯੋਜਨ ਨਹੀਂ। ਜਦ ਕਿ ਕੰਮ ਬੜਾ ਵੱਡਾ ਸੀ ਇਸ ਦੇਹ ਦਾ। ਇਸ ਦੇਹ ਦਾ ਅਰਥ ਬਹੁਤ ਵੱਡਾ ਸੀ। ਜਿਹੜੀ ਗੱਲ ਆਪਾਂ ਕੱਲ ਕੀਤੀ ਸੀ, ਅਰਥ ਲੱਭਣਾ ਇਹਦਾ ਕੀ ਹੈ? ਇਹਦਾ ਅਰਥ ਮੌਤ ਤੱਕ ਜਾਣਾ ਨਹੀਂ ਹੈ, ਇਹਦਾ ਅਰਥ ਮਰਨ ਤੋਂ ਪਹਿਲਾਂ ਜੀਵਨ ਲੱਭਣਾ। ਅਬ ਮੋਹ ਜੀਵਨ ਪਦਵੀ ਪਾਈ, ਚੀਤ ਆਯੂ ਮਨ ਪੁਰਖ ਵਿਧਾਤਾ ਸੰਤਨ ਕੀ ਸਰਨਾਈ। ਕੀ ਹੈ ਸੰਸਾਰੀ ਬੰਦੇ ਦੀ ਮੰਜ਼ਿਲ? ਸੰਸਾਰੀ ਆਦਮੀ ਵੈਸੇ ਆਪਣੀ ਵਿਆਖਿਆ ਬਹੁਤ ਵੱਡੀ ਕਰਦਾ ਹੈ। ਉਹ ਧਾਰਮਿਕ ਬੰਦੇ ਨੂੰ ਵਿਹਲੜ ਕਹਿੰਦਾ ਹੈ, ਨਿਕੰਮਾ ਕਹਿੰਦਾ ਹੈ ਵੀ ਇਹ ਕੁਝ ਵੀ ਨਹੀਂ ਹੈ। ਕੀ ਕਰ ਰਿਹਾ ਸਾਰਾ ਦਿਨ ਬੈਠਾ? ਇਹ ਸ਼ਾਮ ਨੂੰ ਕੀ ਘੰਟਾ ਬੈਠਦਾ ਹੈ? ਕੁਝ ਵੀ ਨਹੀਂ ਹੈ। ਮੈਂ ਤਾਂ ਕਮਾ ਰਿਹਾ, ਮੈਂ ਤਾਂ ਇਕੱਠਾ ਕਰ ਰਿਹਾ, ਮੈਂ ਤਾਂ ਇੰਨੀ ਜਾਇਦਾਦ ਬਣਾਈ ਹੈ। ਚਲੋ ਚੰਗੀ ਗੱਲ, ਆਪਣੇ ਨਹੀਂ ਤਾਂ ਹੋਰ ਹੀ ਕਿਸੇ ਦੀ ਕੰਮ ਆ ਜਾਏਗੀ। ਤਾਂ ਪਰ ਉਹਦਾ ਪ੍ਰਯੋਜਨ ਕੀ ਹੈ? ਜੇ ਕਰਦਾ ਵੀ ਹੈ ਤੇ ਪ੍ਰਯੋਜਨ ਤਾਂ ਇਹੀ ਹੈ ਕਿ ਮੇਰੇ ਮਰਨ ਤੱਕ ਦੇ ਦਾਣੇ ਇਕੱਠੇ ਹੋ ਜਾਣ, ਜਾਂ ਮੇਰੇ ਪੁੱਤਰਾਂ ਦੇ ਮਰਨ ਤੱਕ ਉਹਨਾਂ ਦੇ ਦਾਣੇ ਇਕੱਠੇ ਕਰ ਜਾਣ, ਉਹਨਾਂ ਤੋਂ ਕਿਤੇ ਖਤਮ ਨਾ ਹੋਵੇ, ਜਾਂ ਪੋਤਰਿਆਂ ਦੇ ਅੱਗੇ ਚੱਲੀ ਜਾਏਗਾ ਹੋਰ। ਤਾਂ ਸਤਿਗੁਰੂ ਨੇ ਇਹ ਪ੍ਰਯੋਜਨ ਕਿਹਾ ਵੀ ਤੈਨੂੰ ਪਤਾ ਨਹੀਂ ਜਿਹੜੇ ਹੀਰੇ ਵਿੱਚ ਤੂੰ ਬੈਠਾ ਹੋਇਆ। ਸਰੀਰ ਇੱਕ ਬੜਾ ਵੱਡਾ ਹੀਰਾ ਹੈ, ਬੜਾ ਵੱਡਾ। ਔਰ ਇੱਥੋਂ ਤੱਕ ਕਹਿ ਦਿੱਤਾ ਭਾਈ, ਜਦੋਂ ਤੂੰ ਗੁਰੂ ਕੋਲ ਆਉਣਾ ਹੈ ਤੇ ਤੇਰੀ ਪਰਿਕਰਮਾ ਦੇਵਤੇ ਕਰਦੇ ਨੇ। ਕਿਉਂ? ਤਰਸਦੇ ਨੇ ਤੇਰੀ ਦੇਹ ਨੂੰ ਕਿ ਹੁਣ ਮੈਂ ਸੁਣਾ ਕਿਵੇਂ ਇਹਨੂੰ ਜੋ ਕੁਝ ਆ ਰਿਹਾ। ਕੰਨ ਨਹੀਂ ਹਨ, ਮਹਿਸੂਸ ਕਰਦੇ ਨੇ, ਉਹ ਤਰੰਗਾਂ ਉਹਨਾਂ ਨੂੰ ਮਿਲ ਜਾਂਦੀਆਂ ਨੇ ਸ਼ਬਦ ਦੀਆਂ, ਕੀਰਤਨ ਦੀਆਂ। ਸਿੱਧਾ ਨਹੀਂ ਸੁਣ ਸਕਦੇ ਕਿਉਂਕਿ ਦੇਹ ਮਾਧਿਅਮ ਹੈ, ਸਰੀਰ ਤੋਂ ਬਿਨਾਂ ਸੁਣਿਆ ਨਹੀਂ ਜਾਂਦਾ। ਤੇ ਕਬੀਰ ਜੀ ਨੇ ਸਾਨੂੰ ਇਹ ਸਮਝਾ, ਕਹਿੰਦੇ ਤੁਹਾਨੂੰ ਤਾਂ ਪਤਾ ਨਹੀਂ ਇਹ ਕੀ ਹੈ ਸਰੀਰ ਜਿਹੜਾ ਬੜਾ ਕੀਮਤੀ ਹੈ। ਉਹ ਕਹਿੰਦੇ ਨੇ ਇਸ ਦੇਹੀ ਕੋ ਸਿਮਰੈ ਦੇਵ। ਦੇਵਤੇ ਜਿਹੜੇ ਧਰਮ ਦੇ ਮਾਰਗ ਤੇ ਚੱਲ ਰਹੇ ਸੀ, ਤਾਂ ਕਿਤੇ ਉਹਨਾਂ ਦਾ ਸਮਾਂ ਪੂਰਾ ਹੋ ਗਿਆ, ਦੇਹ ਛੁੱਟਣੀ ਸੀ। ਬੜੇ ਧਾਰਮਿਕ ਲੋਕ ਐਸੇ ਨੇ ਜਿਹੜੇ ਧਰਮ ਦਾ ਕਾਰਜ ਕਰਦੇ ਕਰਦੇ ਵਿੱਚ ਹੀ ਮਰ ਜਾਂਦੇ ਨੇ, ਮੌਤ ਆ ਜਾਂਦੀ, ਸਰੀਰ ਦਾ ਸਮਾਂ ਸਮਾਪਤ ਹੋ ਜਾਂਦਾ ਹੈ। ਹੁਣ ਉਹਨਾਂ ਵਾਸਤੇ ਇੱਕ ਬੜੀ ਵੱਡੀ ਮੁਸੀਬਤ ਆ ਜਾਂਦੀ। ਉਹ ਕਿਹੜੀ ਹੈ?
ਅੱਗੋਂ ਉਹਨਾਂ ਨੇ ਜਿਹੜਾ ਸਰੀਰ ਪਾਉਣਾ ਹੈ ਉਹ ਇੱਕ ਧਾਰਮਿਕ ਸਰੀਰ ਚਾਹੀਦਾ ਹੈ, ਤੇ ਧਾਰਮਿਕ ਸਰੀਰ ਵਾਸਤੇ ਇੱਕ ਧਾਰਮਿਕ ਮਾਂ ਚਾਹੀਦੀ ਹੈ, ਤਾਂ ਉੱਥੇ ਉਹ ਰਹਿ ਸਕੇਗਾ। ਉਹਦੇ ਸਰੀਰ ਦਾ ਅੰਦਰ ਵਿਕਾਸ ਹੋਵੇਗਾ, ਸਰੀਰ ਵਧੇਗਾ, ਜਨਮ ਲਵੇਗਾ। ਜਿਹੜੇ ਧਾਰਮਿਕ ਲੋਕ ਨੇ, ਜਿਹੜੇ ਦੇਵਤੇ ਉਸ ਦੇਹ ਨੂੰ ਤਰਸਦੇ ਨੇ, ਸਭ ਤੋਂ ਵੱਡੀ ਰੁਕਾਵਟ ਤੇ ਉਹਨਾਂ ਵਾਸਤੇ ਉਸ ਮਾਂ ਦਾ ਦੁੱਧ ਪੀਣਾ ਹੁੰਦਾ ਹੈ ਜਿਹਦੇ ਅੰਦਰ ਨਾਮ ਨਹੀਂ ਹੁੰਦਾ। ਉਹਦੇ ਤੋਂ ਬਹੁਤ ਵੱਡਾ ਗੁਰੇਜ਼ ਹੁੰਦਾ ਉਹਨੂੰ, ਉਹ ਪੀ ਨਹੀਂ ਸਕਦੇ ਉਹਨੂੰ। ਇਸ ਕਰਕੇ ਉਹ ਜਨਮ ਨਹੀਂ ਲੈਂਦੇ। ਸ਼ਾਇਦ ਸਰੀਰ ਵਿੱਚ ਟਿਕ ਵੀ ਜਾਣ, ਪਰ ਸਰੀਰ ਵਿੱਚ ਜਦੋਂ ਟਿਕਣਾ, ਉਹਨਾਂ ਖੁਰਾਕ ਵੀ ਉਸ ਮਾਂ ਦੇ ਖੂਨ ਵਿੱਚੋਂ ਲੈਣੀ ਹੈ। ਕਨੈਕਸ਼ਨ ਜੁੜਿਆ ਹੋਇਆ ਨਾਭੀ ਦੇ ਰਾਹੀਂ, ਸਾਰਾ ਸਰੀਰ ਖਿੱਚ ਰਿਹਾ ਖੁਰਾਕ ਉਹਦੀ। ਮਾਂ ਦੇ ਖੂਨ ਵਿੱਚੋਂ ਖੂਨ ਲੈਣਾ ਹੈ, ਮਾਂ ਦੀਆਂ ਹੱਡੀਆਂ ਵਿੱਚੋਂ ਹੱਡੀਆਂ ਦੇ ਤੱਤ ਖਿੱਚਣੇ ਨੇ। ਇਸ ਕਰਕੇ ਉਹ ਦੇਵਤਾ ਨਹੀਂ ਚਾਹੁੰਦਾ ਵੀ ਇਸ ਨਾਸਤਿਕ ਮਾਂ ਦੀਆਂ ਹੱਡੀਆਂ ਵਿੱਚੋਂ ਮੈਂ ਆਪਣੀ ਹੱਡੀ ਬਣਾਵਾਂ। ਇਸ ਲਈ ਉਹਦੇ ਵਾਸਤੇ ਬੜੀ ਮੁਸੀਬਤ ਹੈ। ਤਾਂ ਇਹ ਧਰਤੀ ਮਾਂ ਦੇ ਸਹਾਰੇ ਤੇ ਖੜੀ ਹੈ, ਖਿਆਲ ਰੱਖਣਾ, ਮਾਂ ਦੇ ਸਹਾਰੇ ਤੇ। ਇੱਥੋਂ ਦੀ ਬਹੁਤੀ ਵੱਡੀ ਜ਼ਿੰਮੇਵਾਰੀ ਇਸਤਰੀ ਦੀ ਹੈ, ਮਨੁੱਖ ਦੀ ਨਹੀਂ। ਉਹ ਤੇ ਬਾਅਦ ਵਿੱਚ ਆਇਆ ਹੈ, ਉਹ ਤੇ ਬਾਅਦ ਵਿੱਚ ਪੈਦਾ ਹੋਇਆ। ਸਮਾਜ ਕਿਵੇਂ ਦਾ ਬਣਨਾ ਹੈ, ਇਸਤਰੀ ਦੇ ਸਿਰ ਤੇ ਖੜਾ ਹੈ। ਯਾਦ ਰੱਖਣਾ, ਜਿਹੜੇ ਗੁਰੂ ਨੂੰ ਬਿਦਾਵਾ ਲਿਖ ਕੇ ਦੇ ਗਏ ਭਾਈ ਮਹਾਂ ਸਿੰਘ ਹੋਰੀ, ਗੁਰੂ ਤੋਂ ਬੇਮੁਖ ਹੋ ਕੇ ਚਲੇ ਗਏ ਸਨ। ਗੁਰਮੁਖ ਕਿਵੇਂ ਬਣੇ? ਇਸਤਰੀਆਂ ਦੇ ਰਾਹੀਂ ਬਣੇ। ਉਹਨਾਂ ਨੇ ਸਿੱਧਾ ਕਹਿ ਦਿੱਤਾ, ਤੁਸੀਂ ਗੁਰੂ ਨੂੰ ਧੋਖਾ ਦਿੱਤਾ, ਅਸੀਂ ਤੁਹਾਡੇ ਨਾਲ ਨਹੀਂ ਰਹਿਣਾ, ਗੱਲ ਖਤਮ ਹੈ। ਉਹਨਾਂ ਨੂੰ ਪਰਤ ਕੇ ਗੁਰੂ ਨਾਲ ਜੋੜਿਆ ਇਸਤਰੀਆਂ ਨੇ। ਤੇ ਮੈਂ ਇੱਥੇ ਇੱਕ ਕੌੜੀ ਗੱਲ ਕਹਿਣੀ ਚਾਹੁੰਦਾ, ਅੱਜ ਜੇ ਸਿੱਖ ਨੌਜਵਾਨ ਪਤਿਤ ਹੋ ਗਿਆ, ਉਹਦੇ ਵਿੱਚ 80% ਹਿੱਸਾ ਇਸਤਰੀਆਂ ਦਾ ਹੈ, 90% ਜ਼ਿਆਦਾ ਹੈ। ਉਹਨਾਂ ਦੀ ਮੰਗ ਹੈ, ਹੋਣਾ ਚਾਹੀਦਾ। ਹੁਣ ਇਹਦੀ ਮੈਂ ਇੱਥੇ ਵਿਆਖਿਆ ਬਹੁਤੀ ਖੁੱਲ੍ਹ ਕੇ ਨਹੀਂ ਕਰ ਸਕਦਾ, ਇਹਦੇ ਸਬੂਤ ਨੇ, ਇਹ ਪ੍ਰਗਟ ਹੈ। ਜਦੋਂ ਇੱਕ ਪਤਨੀ ਚਾਹੁੰਦੀ ਹੈ, ਜਦੋਂ ਇੱਕ ਲੜਕੀ ਚਾਹੁੰਦੀ, ਸਿੱਖ ਲੜਕੀ, ਕਿ ਜਿਹੜਾ ਤੁਸੀਂ ਵਰ ਲੱਭਣਾ ਉਹਦੇ ਕੇਸ ਨਹੀਂ ਹੋਣੇ ਚਾਹੀਦੇ, ਤੇ ਸਿੱਖੀ ਕਿੱਥੋਂ ਵਧੇਗੀ? ਕਿਵੇਂ ਹੋਵੇਗਾ ਉਹ? ਜੇ ਉਹਦੀ ਹੀ ਇਹ ਮੰਗ ਹੈ ਵੀ ਕੇਸਾਂ ਵਾਲਾ ਇਹ ਮੈਨੂੰ ਪਤੀ ਨਹੀਂ ਚਾਹੀਦਾ, ਬਾਣੀ ਪੜ੍ਹਨ ਵਾਲਾ ਮੈਨੂੰ ਨਹੀਂ ਚਾਹੀਦਾ, ਤੇ ਕਿੱਥੋਂ ਵਧੇਗਾ ਧਰਮ? ਜਦੋਂ ਸਿੱਖ ਧਰਮ ਗੁਰੂ ਨਾਲ ਜੁੜਿਆ, ਇਸਤਰੀਆਂ ਦਾ ਯੋਗਦਾਨ ਰਿਹਾ ਹੈ। ਜੇ ਟੁੱਟਿਆ ਤੇ ਯੋਗਦਾਨ ਇਸਤਰੀਆਂ ਦਾ ਹੈ, ਉੱਥੋਂ ਚੱਲਿਆ ਸਭ ਕੁਝ। ਰੰਨਾਂ ਹੋਈਆਂ ਬੋਧੀਆਂ, ਪੁਰਸ਼ ਹੋਏ ਸਯਾਦ, ਇਹੀ ਕਾਰਨ ਬਣਿਆ ਅੱਜ ਸਭ ਤੋਂ ਵੱਡਾ। ਇਸ ਕਰਕੇ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਜੁਗਤ ਤੋਂ ਬਿਨਾਂ ਧਰਮ ਦੀ ਸਮਝ ਨਹੀਂ ਆਉਂਦੀ। ਗੁਰੂ ਅਰਜਨ ਦੇਵ ਜੀ ਕਹਿੰਦੇ, ਜੁਗਤ ਕਿਹੜੀ ਹੈ? ਮੈਂ ਸਮੇਂ ਵਿੱਚ ਰਹਿ ਕੇ ਗੱਲ ਨੂੰ ਛੋਟੀ ਕਰਾਂ। ਉਹ ਕਹਿੰਦੇ ਸਭ ਤੋਂ ਵੱਡੀ ਜੁਗਤ ਹੈ ਧਰਮ ਨੂੰ ਧਾਰਨ ਕਰਨਾ, ਤੇ ਉਹਦੇ 3 ਅੰਗ ਨੇ। ਮੈਂ ਕਹਿ ਦਿਆਂ ਤਾਂ ਕਿ ਧਰਮ ਦਾ ਪਤਾ ਲੱਗੇ ਧਰਮ ਹੈ ਕੀ। ਧਰਮ ਦੇ 3 ਅੰਗ ਨੇ, ਖਿਆਲ ਰੱਖਣਾ। ਉਹ ਤਿੰਨੇ ਅਪਣਾ ਲਓ, ਧਰਮ ਕੋਲ ਆ ਜਾਏਗਾ। ਉਹ ਧਰਮ ਦੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ, ਰਿਜ਼ਲਟ ਨਹੀਂ ਆਏਗਾ ਇਸ ਤਰ੍ਹਾਂ, ਉਹ ਕਰਿਆ ਆਵੇਗਾ ਜੇ ਕਰਾਂਗੇ। ਤੇ ਧਰਮ ਦੇ 3 ਅੰਗ ਨੇ। ਸਭ ਤੋਂ ਪਹਿਲਾ ਅੰਗ ਹੈ ਕਿ ਸਰੀਰ ਦੇ ਉੱਤੇ ਗੁਰੂ ਦੀ ਦਿੱਤੀ ਮਰਿਆਦਾ ਨੂੰ ਧਾਰਨ ਕਰਨਾ। ਧਰਮ ਦਾ ਪਹਿਲਾ, ਫਸਟ, ਸਭ ਤੋਂ ਅੰਗ, ਜਿਹੜੀ ਗੁਰੂ ਨੇ ਮਰਿਆਦਾ ਦਿੱਤੀ ਹੈ ਸਰੀਰ ਦੀ। ਸਰੀਰ ਦੇ ਕਰਮ ਇੰਦਰੇ ਨੇ, ਕੰਮ ਕਿਹੜੇ ਕਰਨੇ ਜਿਹੜੇ ਗੁਰੂ ਨੇ ਦੱਸੇ ਨੇ। ਮੈਂ ਤੀਜੇ ਹਿੱਸੇ ਦੀ ਵਿਆਖਿਆ 5 ਮਿੰਟਾਂ ਵਿੱਚ ਕਰਾਂਗਾ। ਧਰਮ ਦਾ ਪਹਿਲਾ ਅੰਗ ਗੁਰੂ ਨੇ ਕਿਹਾ ਕਿ ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਜਾਗਣਾ, ਕੇਸ ਨਹੀਂ ਕੱਟਣੇ। ਇਹ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ, ਭਾਈ ਮਰਦਾਨੇ ਨੂੰ ਉਹਨਾਂ ਕੀਤਾ ਸੀ। ਸਿੱਖ ਧਰਮ ਦਾ ਪਹਿਲਾ ਅੰਗ ਹੈ ਇਹ, ਪਹਿਲਾ ਅੰਗ। ਫਿਰ ਅੰਮ੍ਰਿਤ ਪਾਨ ਕਰਨਾ। ਤੀਜਾ ਹਿੱਸਾ ਇਹ ਹੈ ਧਰਮ ਦਾ, ਗੁਰੂ ਨੇ ਜਿਵੇਂ ਕਿਹਾ ਉਸ ਤਰ੍ਹਾਂ ਵੇਖਣਾ, ਉਹ ਕੁਝ ਹੀ ਸੁਣਨਾ, ਉਹ ਖਾਣਾ, ਉਸ ਤਰ੍ਹਾਂ ਦਾ ਪਹਿਨਣਾ, ਉਸ ਤਰ੍ਹਾਂ ਦਾ ਰਹਿਣ ਸਹਿਣ ਕਰਨਾ। ਇਹ ਧਰਮ ਦਾ ਪਹਿਲਾ ਅੰਗ ਹੈ, ਜ਼ਰੂਰੀ ਹੈ। ਜਿਹਨੇ ਪਹਿਲਾ ਕਰ ਲਿਆ ਫਿਰ ਇੱਥੇ ਸੀਮਤ ਨਾ ਰਹਿਣਾ। ਜੇ ਬੰਦਾ ਇੱਥੇ ਰੁਕ ਗਿਆ ਨਾ ਕਿ ਮੈਂ ਹੁਣ 5 ਕਕਾਰੀ ਹੋ ਗਿਆ, ਇਹ ਤੀਜਾ ਹੈ, ਸਿਰਫ ਇੱਕ ਤਾਰ ਲੱਗੀ ਹੈ। ਜੇ 3 ਫੇਸ ਲੱਗਣਗੇ, ਗੇੜਾ ਤਾਂ ਹੋਣਾ ਜ਼ਿੰਦਗੀ ਨੂੰ। ਪਹਿਲਾ ਹਿੱਸਾ ਅਜੇ ਲੱਗਾ ਹੈ। ਦੂਸਰਾ ਹਿੱਸਾ ਹੈ ਸ਼ਬਦ ਦੀ ਕਮਾਈ ਕਰਨੀ, ਬਾਣੀ ਨੂੰ ਜਪਣਾ,
ਔਰ ਜਿਹੜਾ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਸ਼ਬਦ ਦਾ ਅਭਿਆਸ ਕਰਨਾ, 24 ਘੰਟਿਆਂ ਦੇ ਵਿੱਚੋਂ ਦਸਵੰਧ ਕੱਢਣਾ, 3 ਘੰਟੇ ਸ਼ਬਦ ਦਾ ਅਭਿਆਸ ਕਰਨਾ, ਇਹ ਦੂਜਾ ਅੰਗ ਹੈ ਧਰਮ ਦਾ। ਇਹ ਬੜਾ ਜ਼ਰੂਰੀ ਹੈ। ਪਹਿਲਾ ਹੋ ਗਿਆ ਬਾਹਰੀ ਧਰਮ, ਦੂਸਰਾ ਹੋ ਗਿਆ ਅਭਿਆਸ ਦਾ ਧਰਮ, ਸ਼ਬਦ ਨੂੰ ਕਮਾਉਣਾ, ਜਿਹਨੂੰ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਸੱਤੀ ਪਹਿਰੀ ਸੱਤ ਭਲਾ। 7 ਪਹਿਰ ਹੁੰਦੇ 21 ਘੰਟਿਆਂ ਦੇ, ਉਹਨਾਂ 21 ਘੰਟਿਆਂ ਦਾ ਵੀ ਧਰਮ ਦਿੱਤਾ ਵੀ 21 ਘੰਟਿਆਂ ਵਿੱਚ ਤੁਸੀਂ ਕਿਵੇਂ ਰਹਿਣਾ ਹੈ। ਬਈ ਹੈ ਪੜ੍ਹਿਆ ਪਾਸ, ਉੱਥੇ ਸੰਗਤ ਠੀਕ ਕਰਨੀ ਹੈ, ਉੱਥੇ ਪਾਪ ਪੁੰਨ ਵਿਚਾਰੀਐ, ਕੂੜਾ ਘਟੈ ਰਾਸ। ਤੇ ਜਿਹੜੇ 3 ਘੰਟੇ ਨੇ 21 ਵਿੱਚੋਂ ਬਾਕੀ, ਉਹ ਸ਼ਬਦ ਦਾ ਅਭਿਆਸ ਧਰਮ ਦਾ ਦੂਜਾ ਹਿੱਸਾ ਹੈ। ਹੁਣ 2 ਹਿੱਸੇ ਪੂਰੇ ਹੋ ਗਏ। ਸ਼ਬਦ ਦਾ ਅਭਿਆਸੀ ਵੀ ਹੋ ਗਿਆ ਸਿੱਖ, ਸਰੀਰ ਤੇ ਗੁਰੂ ਦੀ ਮਰਿਆਦਾ ਵੀ ਧਾਰਨ ਕਰ ਲਈ। ਹੁਣ ਇੱਕ ਤੀਜਾ ਹਿੱਸਾ ਹੈ, ਜੇ ਉਹ ਨਾ ਹੋਇਆ, ਦੋਵੇਂ ਕੰਮ ਨਹੀਂ ਕਰਨਗੇ, ਖਿਆਲ ਰੱਖਣਾ। ਉਹ ਤੀਜਾ ਹਿੱਸਾ ਹੈ ਕਾਰੋਬਾਰ ਵਿੱਚ ਸੱਚ ਧਾਰਨ ਕਰਨਾ, ਜਿਹੜਾ ਕੰਮ ਕਰਨੇ ਆ ਅਸੀਂ, ਜਿਹੜਾ ਸਾਡਾ ਸੰਬੰਧ ਸਮਾਜ ਨਾਲ ਹੈ, ਲੋਕਾਂ ਨਾਲ ਹੈ। ਕਿਸੇ ਨੂੰ ਧੋਖਾ ਨਹੀਂ ਦੇਣਾ, ਕਿਸੇ ਦਾ ਹੱਕ ਨਹੀਂ ਖਾਣਾ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਨਾਲ ਈਰਖਾ ਨਹੀਂ ਕਰਨੀ, ਯਥਾ ਯੋਗ ਭਲਾ ਕਰਨਾ ਕਿਸੇ ਦਾ। ਇਹ ਧਰਮ ਦਾ ਤੀਜਾ ਅੰਗ ਹੈ। ਹੁਣ ਸਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਤਿੰਨਾਂ ਵਿੱਚੋਂ ਸਾਡੇ ਕੋਲ ਕਿਹੜਾ ਹੈ, ਤੇ ਰਿਜ਼ਲਟ ਕਿਉਂ ਨਹੀਂ ਆ ਰਿਹਾ, ਨਤੀਜਾ ਕਿਉਂ ਨਹੀਂ ਆ ਰਿਹਾ। ਇੱਕ ਅੰਗ ਨਾਲ ਤੇ 3 ਫੇਸ ਮੋਟਰ ਹੈ, ਇੱਕ ਫੇਸ ਨਾਲ ਕਿਵੇਂ ਚੱਲੇਗੀ? ਇਕੱਲਾ ਪਾਠ ਕਰੀ ਜਾ ਰਹੇ, ਇਕੱਲਾ ਹੈ ਸਿਰਫ ਹਿੱਸਾ, ਤਾਂ ਉਸ ਇਕੱਲੇ ਨਾਲ ਕੁਝ ਨਹੀਂ ਬਣਦਾ। ਜੇ ਕੋਈ ਕਵੇ ਜੀ ਮੈਂ ਤਾਂ ਵੈਸੇ ਹੀ ਸੱਚ ਧਾਰਨ ਕਰ ਲਿਆ, ਝੂਠ ਨਹੀਂ ਬੋਲਦਾ, ਧੋਖਾ ਨਹੀਂ ਦਿੰਦਾ, ਤੇ ਉਹਦੇ ਕੋਲ ਸ਼ਬਦ ਦਾ ਅਭਿਆਸ ਕੋਈ ਨਹੀਂ, ਉਹ ਉੱਥੇ ਬੈਠਾ ਹੋਇਆ, ਆਪੋ ਆਪਣਾ ਅਸੀਂ ਧਰਮ ਫੜਿਆ ਹੋਇਆ। ਧਰਮ ਦੇ 3 ਹਿੱਸੇ ਨੇ, ਜਿਸ ਸਰੀਰ ਨੇ ਤਿੰਨੇ ਧਾਰਨ ਕਰ ਲਏ, ਔਖਾ ਕੋਈ ਨਹੀਂ। ਇਹ ਇਨਸਾਨੀ ਧਰਮ ਹੈ, ਕੁਦਰਤੀ ਹੈ। ਜਿਨ੍ਹੇ ਤਿੰਨੇ ਧਾਰਨ ਕਰ ਲਏ, ਇਹ ਤਿੰਨੇ ਥੋੜ੍ਹਾ ਚਿਰ ਕਰਨ ਦੇ ਨਾਲ ਬੰਦਾ ਪੁੱਛਣੋਂ ਹੀ ਰਹਿ ਜਾਂਦਾ ਧਰਮ ਹੈ ਕੀ ਹੈ, ਕਿਉਂਕਿ ਉਹਦੇ ਰਿਜ਼ਲਟ ਹੀ ਸਾਹਮਣੇ ਆਉਣੇ ਸ਼ੁਰੂ ਹੋ ਗਏ, ਸਾਹਮਣੇ ਪਤਾ ਲੱਗਣਾ ਸ਼ੁਰੂ ਹੋ ਗਿਆ ਧਰਮ ਕੀ ਹੈ। ਇਸ ਤਰ੍ਹਾਂ ਨਹੀਂ ਪਤਾ ਲੱਗੇਗਾ, ਇਸ ਤਰ੍ਹਾਂ ਤੇ ਯਕੀਨ ਹੀ ਨਹੀਂ ਆਉਂਦਾ ਵੀ ਜੋ ਕੁਝ ਬਾਣੀ ਵਿੱਚ ਲਿਖਿਆ ਹੋ ਵੀ ਸਕਦਾ ਕਿ ਨਹੀਂ। ਲੋਕ ਕਹਿੰਦੇ ਨੇ, ਕਹਿੰਦੇ ਤੇ ਕਥਾ ਹੀ ਨੇ ਸਾਰੀਆਂ, ਕਿੱਥੇ ਹੋ ਸਕਦਾ, ਗੱਲਾਂ ਹੁੰਦੀਆਂ ਨੇ ਕਦੀ, ਇਸ ਤਰ੍ਹਾਂ ਲੱਗਦਾ। ਔਰ ਸੁਭਾਵਿਕ ਹੈ। ਤੁਸੀਂ ਵੇਖੋ ਸਾਹਮਣੇ ਬੰਦੇ ਦੇ ਬੀਜ ਪਿਆ ਹੋਵੇ ਨਾ, ਅੰਬ ਦਾ ਗਿਟਕ ਪਈ ਹੈ, ਕਿਸੇ ਫਕੀਰ ਨਾਲ ਹੀ ਵਾਪਰਿਆ ਸੀ। ਉਹ ਬਹੁਤ ਸਾਰੇ ਜਗਿਆਸੂ ਰੱਖਦਾ ਸੀ, ਅਭਿਆਸ ਕਰਾਉਂਦਾ ਸੀ, ਤਾਂ ਉਹਨੇ ਇੱਕ ਵੱਡੀ ਸਾਧਨਾ ਵਾਸਤੇ, ਕਿਸੇ ਵੱਡੇ ਪ੍ਰਾਪਤੀ ਵਾਸਤੇ ਇੱਕ ਉਹਨੇ ਚੁਣਾਵ ਕਰਨਾ ਸੀ। ਆਪਣੇ 100 ਚੇਲਿਆਂ ਵਿੱਚੋਂ 2 ਚੁਣਨੇ ਸਨ, ਜਿਹਨੂੰ ਉਹਨਾਂ ਨੇ 1 ਸਾਲ ਫਿਰ ਲੰਮਾ ਅਭਿਆਸ ਕਰਾਉਣਾ ਸੀ ਕਿਸੇ ਖਾਸ ਦਸ਼ਾ ਨੂੰ ਪ੍ਰਾਪਤ ਕਰਨ ਲਈ। ਤਾਂ ਇੱਕ ਦਿਨ ਉਹਨੇ ਸਾਰੇ ਇਕੱਠੇ ਕਰ ਲਏ, 100 ਦੇ 100। ਕਹਿਣ ਲੱਗੇ ਮੈਂ ਤੁਹਾਡੇ ਵਿੱਚੋਂ 1-2 ਚੁਣਨਾ ਹੈ, ਮੇਰੀ ਸਵਾਲ ਦਾ ਜਵਾਬ ਦਿਓ। ਸਾਰੇ ਖੜੇ ਹੋ ਗਏ, ਬੜੇ ਚਿਰ ਦੇ ਰਹਿੰਦੇ ਸਨ। ਉਹਨੇ ਆਪਣੀ ਜੇਬ ਵਿੱਚੋਂ ਇੱਕ ਅੰਬ ਦੀ ਗਿਟਕ ਕੱਢੀ, ਅੰਬ ਦਾ ਬੀਜ ਸਾਹਮਣੇ ਬੈਂਚ ਤੇ ਰੱਖ ਦਿੱਤਾ। ਇੱਕ ਇੱਕ ਨੂੰ ਬੁਲਾਉਂਦਾ ਗਿਆ। ਪਹਿਲੇ ਨੂੰ ਬੁਲਾਇਆ, ਪੁੱਛਦਾ ਕੀ ਹੈ? ਉਹ ਕਹਿੰਦਾ ਅੰਬ ਦੀ ਗਿਟਕ ਹੈ ਵੀ ਉਹੀ ਸੀ। ਕਹਿੰਦੇ ਚਲਾ ਜਾ, ਬੈਠ ਜਾ। ਇੱਕ ਇੱਕ ਨੂੰ ਪੁੱਛਦਾ ਗਿਆ, ਸਾਰਿਆਂ ਦਾ ਜਵਾਬ ਇਹੀ ਸੀ, ਇਹ ਤਾਂ ਗਿਟਕ ਹੈ। ਬੜਾ ਪਰੇਸ਼ਾਨ, ਕਹਿਣ ਲੱਗੇ ਸਾਰੇ ਨਲਾਇਕ, ਇਹਨਾਂ ਸਾਲ ਤੁਹਾਡੇ ਤੇ ਲਾ ਦਿੱਤੇ, ਨਿਕੰਮੇ ਨਿਕਲੇ ਸਾਰੇ ਤੁਸੀਂ। ਪਿਛਲੇ ਥੋੜ੍ਹੇ ਜਿਹਾ ਗੰਭੀਰ ਹੋ ਗਿਆ ਵੀ ਸਵਾਲ ਇਹ ਹੈ ਵੀ ਇਹ ਕੀ ਹੈ ਦੱਸੋ, ਤੇ ਵਿਦਿਆਰਥੀ ਕਹਿੰਦੇ ਨੇ ਗਿਟਕ ਹੈ। ਜਿਹੜਾ ਸਭ ਤੋਂ ਪਿਛਲਾ ਸੀ ਨਾ ਇੱਕ, ਉਹਨੇ ਬਹੁਤ ਕਮਾਇਆ ਸੀ, ਅਖੀਰ ਤੇ ਆਇਆ। ਉਹਦੇ ਉਸਤਾਦ ਨੇ ਪੁੱਛਿਆ ਕੀ ਹੈ? ਇਹ ਸਾਰੇ ਕਹਿ ਕੇ ਗਏ ਨੇ ਗਿਟਕ ਹੈ, ਗਲਤ ਕਹਿ ਰਹੇ ਨੇ, ਤੂੰ ਦੱਸ ਕੀ ਹੈ? ਉਹਨੇ ਕਿਹਾ ਇਹ ਅੰਬ ਹੈ, ਇਹਨੂੰ ਅੰਬ ਲੱਗੇ ਹੋਏ ਨੇ, ਇਹਨੂੰ ਬੂਰ ਲੱਗਾ ਹੋਇਆ ਹੈ। ਹੁਣ ਜੇ ਵੇਖੋ ਤੇ ਉਹ ਪਹਿਲੇ ਠੀਕ ਸਨ, ਕਿਉਂਕਿ ਹੈ ਤਾਂ ਗਿਟਕ ਸੀ ਨਾ। ਉਹਨੇ ਉਹਦੀ ਬਾਂਹ ਫੜ ਲਈ, ਕਹਿਣ ਲੱਗੇ ਤੂੰ ਬੁੱਝ ਲਿਆ ਵੀ ਇਸ ਗਿਟਕ ਦੇ ਵਿੱਚ ਕੀ, ਇਹਦੀ ਸੰਭਾਵਨਾ ਕੀ ਹੈ, ਇਸ ਗਿਟਕ ਦੇ ਵਿੱਚੋਂ ਨਿਕਲ ਕੀ ਸਕਦਾ ਹੈ? ਸੰਭਾਵਨਾ ਸੀ ਨਾ ਵੀ ਵਿੱਚੋਂ ਅੰਬ ਉੱਗੇਗਾ,
ਪੱਤੇ ਨਿਕਲਣਗੇ, ਬੂਰ ਲੱਗੇਗਾ, ਇਹਨੂੰ ਅੰਬ ਲੱਗਣਗੇ, ਫਲ ਲੱਗਣਗੇ। ਉਹਨੇ ਸੰਭਾਵਨਾ ਵੇਖੀ, ਉੱਥੇ ਇਹਨੇ ਰੁਕਿਆ। ਉਹਨੇ ਚੁਣ ਲਿਆ, ਕਹਿਣ ਲੱਗੇ ਹੁਣ ਇੱਕ ਖਿਆਲ ਰੱਖੀ, ਹੈ ਜ਼ਰੂਰ ਇਸ ਗਿਟਕ ਦੇ ਵਿੱਚ ਅੰਬ, ਪਰ ਇਹਨੂੰ ਅੰਬ ਤਾਂ ਲੱਗਣੇ, ਇਹਨੂੰ ਪੱਤੇ ਤਾਂ ਲੱਗਣੇ ਨੇ ਜਿਹਨੂੰ ਜ਼ਮੀਨ ਵਿੱਚ ਬੀਜ ਕੇ ਇਹਦੀ ਗੋਡੀ ਹੋਵੇਗੀ, ਇਹਨੂੰ ਪਾਣੀ ਪਏਗਾ, ਇਹਦੀ ਸੇਵਾ ਹੋਵੇਗੀ। ਧਰਮ ਦਾ ਉਪਦੇਸ਼ ਸਿਰਫ ਗਿਟਕ ਵਰਗਾ ਹੈ, ਖਿਆਲ ਰੱਖਣ, ਬੀਜ ਵਰਗਾ ਹੈ। ਇਹਦੇ ਉੱਤੇ ਰੁਕ ਨਾ ਜਾਣਾ ਵੀ ਬਸ ਹੋ ਗਿਆ ਧਾਰਮਿਕ, ਬੜੇ ਹੋਏ ਨੇ। ਫਿਰ ਆਪਣਾ ਸਵਾਲ ਇਹ ਹੁੰਦਾ ਵੀ ਹੁਣ ਬਣਦਾ ਕੁਝ ਨਹੀਂ। ਕਈ ਤਾਂ ਨਿਰਾਸ਼ ਹੀ ਹੋ ਗਏ, ਬਹੁਤੇ ਬਜ਼ੁਰਗ ਕਹਿੰਦੇ ਹੁਣ ਪਤਾ ਲੱਗਾ ਸਾਰੀ ਜ਼ਿੰਦਗੀ ਆ ਕਰਦੇ ਰਹੇ, ਹੋਇਆ ਤੇ ਕੁਝ ਵੀ ਨਹੀਂ। ਉਹਨਾਂ ਨੇ ਬਸ ਗਿਟਕ ਨੂੰ, ਬੀਜ ਨੂੰ ਜੀਵਨ ਸਮਝ ਲਿਆ। ਉਪਦੇਸ਼ ਸੁਣਿਆ, ਉਪਦੇਸ਼ ਯਾਦ ਕਰ ਲਿਆ, ਸੁਣਾਉਣ ਵਾਲਿਆਂ ਨੇ ਵੀ ਕਿਹਾ ਵੀ ਗਿਆਨ ਹੋ ਗਿਆ ਤੁਹਾਨੂੰ, ਯਾਦ ਕਰ ਲਿਆ। ਹੁਣ ਉਹ ਅੰਬ ਕਿਵੇਂ ਹੋ ਗਏ, ਹੁਣ ਤੇ ਸੁੱਕ ਵੀ ਗਿਆ, ਸੰਭਾਵਨਾ ਕੋਈ ਨਹੀਂ, ਸਮਾਂ ਬੜਾ ਲੰਘ ਗਿਆ। ਉੱਗ ਸਕਦਾ ਉਹ, ਜੇ ਉਹਨੂੰ ਜੀਵਨ ਵਿੱਚ ਬੀਜੋਗੇ ਤਾਂ ਉੱਗੇਗਾ। ਖਿਆਲ ਰੱਖਣਾ, ਧਰਮ ਦਿਮਾਗ ਵਿੱਚ ਰੱਖਣਾ ਚੰਗੀ ਗੱਲ ਹੈ, ਵੱਡੀ ਗੱਲ ਨਹੀਂ ਹੈ। ਵੱਡੀ ਗੱਲ ਹੈ ਪ੍ਰਾਣਾਂ ਵਿੱਚ ਬੀਜ ਦੇਣਾ, ਹਿਰਦੇ ਵਿੱਚ। ਤਾਂ ਉਸਨੇ ਠੀਕ ਬੁੱਝਿਆ, ਜਦੋਂ ਬੰਦਾ ਗੁਰੂ ਕੋਲ ਆਉਂਦਾ ਹੈ, ਗਿਟਕ ਵਰਗਾ ਹੈ, ਬੀਜ ਵਰਗਾ ਹੈ। ਜੇ ਬੀਜੇਗਾ ਤੇ ਇੱਕ ਬੀਜ ਨੂੰ ਹਜ਼ਾਰਾਂ ਬੀਜ ਲੱਗ ਜਾਣਗੇ ਨੇ, ਤੇ ਉਹ ਵੀ ਸੁੱਕ ਜਾਣਾ ਹੈ। ਐਵੇਂ ਨਾ ਕਿਸੇ ਭੁਲੇਖੇ ਵਿੱਚ ਰਹਿਣਾ, ਜੇ ਬੀਜਿਆ ਨਾ। ਤੇ ਜੇ ਗੁਰੂ ਕੇ ਉਪਦੇਸ਼ ਨੂੰ ਜ਼ਿੰਦਗੀ ਵਿੱਚ ਕਮਾਇਆ ਨਾ ਪੂਰੀ ਤਰ੍ਹਾਂ, ਜੋ ਕੁਝ ਹੈ ਉਹ ਵੀ ਸੁੱਕ ਜਾਏਗਾ। ਫਿਰ ਭੁਲੇਖੇ ਵਿੱਚ ਨਾ ਰਹਿਣਾ, ਗੁਰੂ ਨੂੰ ਦੋਸ਼ ਨਾ ਦੇਣਾ। ਸੁੱਕ ਸਕਦਾ ਉਹ ਵੀ, ਵੀਰਾਨ ਹੋ ਸਕਦਾ ਬਾਗ, ਪੱਤੇ ਝੜ ਸਕਦੇ ਨੇ, ਰੁੱਖ ਸੁੱਕ ਸਕਦੇ। ਖਿਆਲ ਰੱਖਣਾ ਪਏਗਾ ਧਰਮੀ ਬੰਦੇ ਨੂੰ। ਜੇ ਉਹਨੇ ਠੀਕ ਠੀਕ ਬੂਟਾ ਨਾ ਬੀਜਿਆ, ਬਸੰਤ ਨਹੀਂ ਆਏਗੀ, ਉਹਦੇ ਤੋਂ ਪਹਿਲਾਂ ਹੀ ਪੱਤੇ ਝੜ ਸਕਦੇ ਨੇ। ਤਾਂ ਬੀਜ ਨੂੰ ਵੇਖ ਕੇ ਸੰਭਾਵਨਾ ਹੈ ਕਿ ਇਹਦੇ ਵਿੱਚੋਂ ਫੁੱਲ ਲੱਗ ਸਕਦੇ ਨੇ, ਇਹਦੇ ਵਿੱਚੋਂ ਸੁਗੰਧੀ ਆ ਸਕਦੀ, ਇਹਦੇ ਵਿੱਚੋਂ ਜੀਵਨ ਮਿਲ ਸਕਦਾ ਹੈ। ਮੈਂ ਬੇਨਤੀ ਕਰ ਰਿਹਾ ਸਾਂ, ਜੁਗਤੀ ਤੋਂ ਬਿਨਾਂ ਧਰਮ ਸਮਝ ਨਹੀਂ ਆਉਂਦਾ। ਜੁਗਤ ਹੈ ਗੁਰੂ ਕੋਲ, ਧਰਮ ਦੀਆਂ 3 ਜੁਗਤਾਂ ਨੇ। ਗੁਰੂ ਕੇ ਉਪਦੇਸ਼ ਨੂੰ ਪਹਿਲਾਂ ਸਰੀਰ ਤੇ ਧਾਰਨ ਕਰੀਏ, ਜੋ ਕੁਝ ਗੁਰੂ ਨੇ ਕਿਹਾ ਹੈ। ਸਾਰੇ ਧਰਮਾਂ ਨੇ ਆਪਣੇ ਆਪਣੇ ਧਰਮ ਦੇ ਚਿੰਨ੍ਹ ਦਿੱਤੇ ਨੇ, ਕੋਈ ਨਹੀਂ ਬਚਿਆ ਇਹਦੇ। ਹਰ ਇੱਕ ਧਰਮ ਨੇ, ਕਿਸੇ ਜਨੇਊ ਦਿੱਤਾ ਹੈ, ਕਿਸੇ ਸੁਨਤ ਦਿੱਤੀ ਹੈ, 5 ਕਕਾਰ ਦਿੱਤੇ ਗਏ ਨੇ। ਕੋਈ ਧਰਮ ਖਾਲੀ ਹੈ ਹੀ ਨਹੀਂ ਬਾਹਰਲੇ ਚਿੰਨ੍ਹਾਂ ਤੋਂ, ਜ਼ਰੂਰੀ ਨੇ ਬੜੇ। ਔਰ ਇਹਦੀ ਗੱਲ ਚੱਲਦੀ ਏ, ਧਰਮ ਦੇ ਚਿੰਨ੍ਹਾਂ ਦੀ ਗੱਲ ਚੱਲਦੀ। ਸਿੱਖਾਂ ਨੂੰ 5 ਦਿੱਤੇ ਗਏ ਨਿਸ਼ਾਨ, ਇਹ ਸਿੱਖੀ 5 ਹਰਫ ਕਾਫ ਹਰਗਿਜ਼ ਨਾ ਬਾਸ਼ਿਦ ਇਹ 5 ਮੁਆਫ। ਇਹ 5 ਕੱਕੇ ਦਿੱਤੇ ਨੇ ਸਿੱਖ ਨੂੰ, ਕੇਸ ਦਿੱਤੇ ਨੇ, ਸ੍ਰੀ ਸਾਹਿਬ ਦਿੱਤੀ ਹੈ, ਇਹ ਸਾਰੇ ਦਿੱਤੇ ਨੇ। ਸਿੱਖੀ ਵਿੱਚ ਤੇ ਬਾਹਰਲੇ ਚਿੰਨ੍ਹਾਂ ਦੀ ਇੰਨੀ ਮਹਾਨਤਾ ਸੀ। ਅਸੀਂ ਕਹਿੰਦੇ ਹਾਂ ਹੁਣ ਦੁਨੀਆ ਬਦਲ ਗਈ ਜੀ, ਹੁਣ ਕਹਿੰਦੇ ਸਾਨੂੰ ਸਹਿਜਧਾਰੀ ਸਿੱਖ ਰਹਿਣ ਦਿਓ। ਸਹਿਜਧਾਰੀ ਸਿੱਖ ਕਿੰਨਾ ਕਮਜ਼ੋਰ ਹੋ ਗਿਆ। ਸਹਿਜਧਾਰੀ ਦਾ ਪਤਾ ਹੀ ਨਹੀਂ ਹੁੰਦਾ ਕੀ ਹੈ। ਸਹਿਜਧਾਰੀ ਦੀ ਪਦਵੀ ਬੜੀ ਵੱਡੀ ਹੈ। ਸਾਨੂੰ ਰਹਿਣ ਦਿਓ ਜੀ ਸਹਿਜਧਾਰੀ, ਅਸੀਂ ਵੀ ਤਾਂ ਸਿੱਖ ਹਾਂ, ਸਾਨੂੰ ਬਾਹਰ ਕਿਉਂ ਕੱਢ ਦਿਓ। ਬਾਹਰ ਕੋਈ ਨਹੀਂ ਕੱਢਦਾ, ਬੰਦਾ ਆਪ ਹੀ ਨਿਕਲ ਜਾਂਦਾ। ਕਦੀ ਸਮਾਂ ਸੀ ਜਦੋਂ ਸਿੱਖ ਦੇ ਗੁਰੂ ਨੇ ਦੂਜਿਆਂ ਦੇ ਚਿੰਨ੍ਹ ਬਚਾ ਲਏ, ਇਤਿਹਾਸ ਵਿੱਚ ਲਿਖਿਆ ਹੋਇਆ। ਉਹ ਸਮਾਂ ਸੀ, ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਹੈ, ਤਿਲਕ ਜੰਝੂ ਰਾਖਾ ਪ੍ਰਭ ਤਾਂਕਾ। ਤਾਂਕਾ ਦੇ ਅਰਥ ਕੀ ਨੇ? ਤਿਲਕ ਤੇ ਜੰਝੂ ਉਹਨਾਂ ਦਾ ਚਿੰਨ੍ਹ ਸੀ। ਸਿੱਖ ਦਾ ਗੁਰੂ ਹੋਵੇ ਇੰਨਾ ਸ਼ਕਤੀਸ਼ਾਲੀ ਕਿ ਉਹਦੇ ਵਿੱਚ ਇੰਨੀ ਸ਼ਕਤੀ ਹੋਵੇ ਕਿ ਉਹ ਦੂਜਿਆਂ ਦੇ ਧਾਰਮਿਕ ਚਿੰਨ੍ਹ ਬਚਾ ਦੇਵੇ। ਤਿਲਕ ਤੇ ਜੰਝੂ ਉਹਨਾਂ ਦੇ ਰੱਖ ਲਏ, ਆਪਣੇ ਕੋਈ ਨਹੀਂ ਸਨ। ਗੁਰੂ ਤੇਗ ਬਹਾਦਰ ਸਾਹਿਬ ਨੇ ਜੰਝੂ ਨਹੀਂ ਸੀ ਪਾਇਆ, ਨਾ ਤਿਲਕ ਲਾਇਆ ਸੀ, ਉਹਨਾਂ ਦਾ ਸੀ, ਦੂਜਿਆਂ ਦਾ। ਟੱਲ ਉਹਨਾਂ ਦੇ ਵੱਜਦੇ ਸਨ, ਆਰਤੀ ਉਹ ਕਰਦੇ ਸਨ, ਸਿੱਖ ਨਹੀਂ ਸਨ ਕਰਦੇ। ਉਹਨਾਂ ਦੇ ਚਿੰਨ੍ਹ ਬਚਾਏ ਸਿੱਖ ਦੇ ਗੁਰੂ ਨੇ। ਇੰਨੀ ਤਾਕਤ ਸੀ ਸਿੱਖਾਂ ਦੇ ਗੁਰੂ ਵਿੱਚ। ਪਰ ਪਤਾ ਨਹੀਂ ਅੱਜ ਸਿੱਖਾਂ ਨੂੰ ਕੀ ਹੋ ਗਿਆ, ਉਹਨਾਂ ਦੂਜਿਆਂ ਦੇ ਕੀ ਬਚਾਉਣੇ ਨੇ, ਉਹ ਤੇ ਆਪਣੇ ਵੀ ਨਹੀਂ ਬਚਾ ਰਹੇ। ਆਪਣੇ ਚਿੰਨ੍ਹ ਕੇਸ ਆਪਣੇ ਵੀ ਨਹੀਂ ਬਚਦੇ ਬਾ ਉਹਨਾਂ ਤੋਂ। ਇਹਦੇ ਕੁਝ ਅਰਥ ਨਿਕਲ ਸਕਦੇ ਨੇ। ਜਦੋਂ ਕੋਈ ਪੁੱਤਰ ਪਿਤਾ ਤੇ ਨਹੀਂ ਨਾ ਜਾਂਦਾ
ਤਾਂ ਬੜੇ ਵੱਡੇ ਸ਼ੰਕੇ ਖੜੇ ਹੋ ਜਾਂਦੇ ਨੇ। ਅਗਲਾ ਕਹਿੰਦਾ ਹੈ ਤੇਰਾ ਬਾਪ ਤੇ ਬੜਾ ਖਾਨਦਾਨੀ ਸੀ, ਇਹ ਕੀ ਹੋ ਗਿਆ? ਉਹਨੇ ਤਾਂ ਕਦੀ ਇਹ ਕੰਮ ਕੀਤੇ ਹੀ ਨਹੀਂ ਸੀ ਜਿਹੜਾ ਤੂੰ ਕਰ ਗਿਆ। ਉਹ ਤੇ ਇੰਨਾ ਭ੍ਰਿਸ਼ਟ ਜਿੰਨਾ ਤੂੰ ਹੋ ਗਿਆ, ਉਹ ਤੇ ਚੜ੍ਹਦੀ ਕਲਾ ਸੀ ਬੜੀ। ਤਾਂ ਉੱਥੇ ਸ਼ੱਕ ਕੀਤਾ ਜਾ ਸਕਦਾ, ਉਹਦੇ ਉੱਤੇ ਸੰਦੇਹ ਕੀਤਾ ਜਾ ਸਕਦਾ, ਉਹਦੇ ਬਾਰੇ ਸੋਚਿਆ ਜਾ ਸਕਦਾ ਕਿ ਵੀ ਉਸ ਪਿਓ ਦਾ ਪੁੱਤਰ ਵੀ ਹੈ ਕਿ ਨਹੀਂ। ਕਿਤੇ ਲੇਬਲ ਹੀ ਲਾਇਆ ਹੈ, ਇਹ ਉਸ ਗੁਰੂ ਦਾ ਸਿੱਖ ਵੀ ਹੈ ਕਿ ਨਹੀਂ, ਕਿਤੇ ਝੂਠਾ ਲੇਬਲ ਹੀ ਲਾ ਕੇ ਸਿੱਖ ਵਾਲਾ ਰਾਸ਼ਨ ਕਾਰਡ ਤੇ ਲਿਖਾਈ ਫਿਰਦਾ ਹੈ। ਇਹ ਗਲਤੀ ਵੀ ਹੋ ਸਕਦੀ ਹੈ। ਤਾਂ ਗੁਰੂ ਵਿੱਚ ਮੈਂ ਬੇਨਤੀ ਕਰ ਰਿਹਾ ਸੀ, ਜੁਗਤ ਤੋਂ ਬਿਨਾਂ ਨਹੀਂ। ਤੇ ਧਰਮ ਦੀਆਂ 3 ਜੁਗਤਾਂ ਨੇ। ਪਹਿਲੀ ਜੁਗਤ ਹੈ ਸਰੀਰ ਤੇ ਧਰਮ ਧਾਰਨ ਕਰਨਾ। ਦੂਜੀ ਜੁਗਤ ਹੈ ਗੁਰੂ ਕੇ ਦਿੱਤੇ ਹੋਏ ਸ਼ਬਦ ਦੀ ਅੰਤਰ ਧਿਆਨ ਹੋ ਕੇ ਜੀਵਨ ਦੇ ਅੰਦਰ ਜਾਪ ਕਰਨਾ, ਉਹਨੂੰ ਜਪਣਾ, ਔਰ ਉਸ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਆਪਣੇ ਜੀਵਨ ਵਿੱਚ ਵਸੇ ਹੋਏ ਸ਼ਬਦ ਦੀ ਖੋਜ ਕਰਨੀ, ਜਿਹੜਾ ਸਾਨੂੰ ਚਲਾ ਰਿਹਾ ਹੈ। ਸ਼ਬਦ ਕਿੱਥੇ ਰਹਿੰਦਾ ਹੈ? ਸ਼ਬਦ ਕੀ ਹੈ? ਬੜੇ ਬੜੇ ਸਵਾਲ ਨੇ। ਇੱਕ ਗੁਰਸਿੱਖ ਨੇ ਮੈਨੂੰ ਪੁੱਛਿਆ, ਆ ਚੁੱਪ ਕਰਾ ਦੇ। ਇੱਕ ਗੁਰਸਿੱਖ ਨੇ ਇਹ ਸਵਾਲ ਕੀਤਾ, ਪੁੱਛਿਆ ਕਿ ਜਿੰਨੇ ਸਾਡੇ ਕੋਲ ਕਥਾਵਾਚਕ ਆਉਂਦੇ ਉਹ ਇਹ ਪੁੱਛਦੇ, ਉਹ ਇਹ ਕਹਿੰਦੇ ਨੇ ਸ਼ਬਦ ਹੈ ਸਾਡਾ ਗੁਰੂ, ਨਹੀਂ ਝੁਕਣਾ ਕਿਸੇ ਹੋਰ ਅੱਗੇ, ਜਕਾਰਾ ਬੁਲਾਓ, ਕਿਸੇ ਅੱਗੇ ਝੁਕਣਾ ਨਹੀਂ। ਜਿਵੇਂ ਫੌਜ ਖੜੀ ਹੁੰਦੀ ਹੈ ਨਾ, ਉਹਨਾਂ ਨੂੰ ਜਰਨੈਲ ਕਹਿੰਦਾ ਬਸ ਜੋ ਅੱਗੇ ਆਇਆ ਮਾਰ ਦੇਣਾ। ਇੱਕ ਕਮਰਸ਼ੀਅਲ ਕੀਤਾ ਜਾਂਦਾ ਹੈ। ਧਰਮ ਤਾਂ ਕਮਰਸ਼ੀਅਲ ਨਹੀਂ ਸੀ, ਉਹ ਤਾਂ ਅੰਦਰੋਂ ਪੈਦਾ ਕੀਤਾ ਜਾਣਾ। ਉਹ ਕਹਿੰਦੇ ਸਾਨੂੰ ਸਿਖਾਇਆ ਜਾ ਰਿਹਾ ਸ਼ਬਦ ਤੁਹਾਡਾ ਗੁਰੂ, ਸ਼ਬਦ ਤੁਹਾਡਾ ਗੁਰੂ। ਤੇ ਮੈਂ ਕਿਹਾ ਹੈ ਸ਼ਬਦ ਗੁਰੂ? ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਨੇ, ਥੋੜ੍ਹਾ ਜਿਹਾ ਕੋਈ ਭੁਲੇਖਾ ਜਿਹਾ ਹੈ, ਕਿਹੜਾ ਸ਼ਬਦ ਵਿੱਚੋਂ ਸਾਡਾ ਗੁਰੂ ਹੈ? ਇਹਦੇ ਵਿੱਚੋਂ ਦੱਸੋ ਕਿਹੜਾ ਸ਼ਬਦ? ਮੈਂ ਕਿਹਾ ਬਸ ਇਹ ਤੇ ਅਸੀਂ ਲੱਭਿਆ ਨਹੀਂ, ਇਹਦੇ ਉੱਤੇ ਤੇ ਅਸੀਂ ਗਏ ਨਹੀਂ। ਅਸੀਂ ਇੱਕ ਲੇਬਲ ਨੂੰ ਵਾਰ-ਵਾਰ ਦੁਹਰਾ ਰਹੇ ਹਾਂ, ਔਰ ਇੰਨੇ ਗੁੱਸੇ ਵਿੱਚ ਦੁਹਰਾ ਰਹੇ ਹਾਂ। ਜਦੋਂ ਬੰਦਾ ਕੋਈ ਬੋਲਦਾ ਗੁਰੂ ਬਾਰੇ, ਕੀ ਗੱਲ ਕਹਿੰਦਾ? ਏਡਾ ਵੱਡਾ ਗੁਰੂ, 1430 ਅੰਗ, ਗਿਆਨ ਦੀਆਂ ਅਥਾਹ ਪਰਿਭਾਸ਼ਾ ਪ੍ਰਣਾਲੀਆਂ, ਤੇ ਬੋਲਣ ਵਾਲਾ ਕਿੱਥੋਂ ਤੱਕ ਜਾਂਦਾ? ਕਹਿੰਦੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਣਾ ਨਹੀਂ। ਬਸ ਗੱਲ ਖਤਮ ਹੋ ਗਈ। ਬਸ ਇਹ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਕਿੰਨੀ ਲੰਮੀ ਵਿਆਖਿਆ ਹੈ, ਉਹਦੀ ਵਿਆਖਿਆ ਕਿੰਨੇ ਕਰਨੀ ਹੈ? ਉਹਨਾਂ ਸ਼ਬਦਾਂ ਨੂੰ ਕਿੰਨੇ ਪ੍ਰਚਾਰਨਾ ਹੈ, ਕਿੰਨੇ ਖੋਲ੍ਹਣਾ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ 2 ਹੀ ਤੇ ਪੰਕਤੀਆਂ ਨੇ ਲਿਖੀਆਂ ਹੋਈਆਂ ਵੀ ਤੁਸੀਂ ਇਹਦੇ ਤੋਂ ਬਿਨਾਂ ਮੰਨਣਾ ਨਹੀਂ। ਚਲੋ ਚੰਗੀ ਗੱਲ ਹੈ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ, ਸੱਚ ਹੈ। ਪਰ ਸਾਡੇ ਤੋਂ ਨਾ ਗੁਰੂ ਗ੍ਰੰਥ ਸਾਹਿਬ ਤੇ ਹੁਕਮ ਦੇ ਉੱਤੇ ਆਪਣਾ ਜੀਵਨ ਜੀਵਿਆ ਜਾ ਸਕਿਆ। ਚਲੋ ਉਹ ਤੇ ਹੈ ਵੀ ਬੜਾ ਕਠਿਨ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਜਿਹੜੀ ਅਸੀਂ ਸਿਰਫ ਥੋੜ੍ਹੀ ਜਿਹੀ ਕਰ ਸਕਦੇ ਹਾਂ, ਅਸੀਂ ਉਹ ਵੀ ਨਹੀਂ ਕਰ ਸਕੇ। ਥੋੜ੍ਹੀ ਜਿਹੀ ਕਰ ਸਕਦੇ, ਉਹ ਵੀ ਸਾਡੇ ਤੋਂ ਹੋਈ ਨਹੀਂ। ਇੱਕ ਰਿਵਾਜ ਚੱਲ ਪਿਆ, ਸਿਰਫ ਇੱਕ ਤਰ੍ਹਾਂ ਦਾ ਇਹ ਰੀਤ ਬਣ ਗਈ। ਇਹ ਤਾਂ ਨਵਾਂ ਨਰੋਇਆ ਸੀ ਕਿ ਸਦ ਹੁਕਮ ਤੁਮਾਰਾ ਤਖਤ ਨਿਵਾਸੀ, ਆਵੇ ਨਾ ਜਾਏ ਮੇਰਾ ਪ੍ਰਭ ਅਬਨਾਸੀ। ਇਸ ਕਰਕੇ ਜੁਗਤ 3 ਹੈ, ਧਰਮ ਦੀ ਜੁਗਤ 3 ਤਰ੍ਹਾਂ ਦੀ ਹੈ। ਉਹਨੂੰ ਸਰੀਰ ਤੇ ਹੰਡਾਇਆ, ਅਰਥ ਦੀ ਸਮਝ ਆ ਜਾਏਗੀ। ਪਹਿਲਾ ਪਦਾਰਥ, 4 ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੇ। ਪਹਿਲਾ ਪਦਾਰਥ ਧਰਮ, ਇਸ ਤਰ੍ਹਾਂ ਦਾ ਉਹਦੇ 3 ਅੰਗ। ਗੁਰੂ ਦਾ ਬਾਹਰਲਾ ਹੁਕਮ, ਸ਼ਬਦ ਦਾ ਅਭਿਆਸ, ਫੀਲਡ ਵਿੱਚ ਜਿਹੜਾ ਵਰਤਾਵ ਕਰਨੇ ਉਹ ਸ਼ੁੱਧ ਹੋਵੇ, ਸਾਫ਼ ਹੋਵੇ। ਇਹ 3 ਹਿੱਸੇ ਨੇ। ਇਹਦੀ ਆਪਾਂ ਵਿਚਾਰ ਹੋਰ ਵੀ ਕਰਨੀ ਹੈ। ਹੁਣ ਸਮਾਂ ਹੋਇਆ, ਆਓ 1-2 ਮਿੰਟ ਵਾਸਤੇ ਸ਼ਬਦ ਨਾਲ ਸਾਂਝ ਪਾਉਣੀ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ ਤਾਂ ਕਿ ਇੱਥੇ ਆਇਆ ਹੋਇਆ ਗੁਰੂ ਚਰਨਾਂ ਵਿੱਚ ਸਫਲ ਹੋ ਸਕੇ। ਵਾਹਿਗੁਰੂ 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 ਵਾਹਿਗੁਰੂ।